ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਦਿ ਮੂਰਤ ਅਜੂਨੀ ਸੈਭੰ। ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹੋ ਜਿਸ ਬਾਸ ਬੈਠਿਆ ਸਭਨਾਂ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਤਨ ਭਗਤਾਂ ਕੀ ਲੋਚਨ ਏਕ ਓੰਕਾਰ ਸਤਿਗੁਰ ਪ੍ਰਸਾਦਿ। ਨਾਨੰਦ ਸਕਾਏ ਭੂਲੀ ਗਵਾਰੇ ਦੋ ਕ੍ਰਿਤਾ ਥਾਰੋ ਕਰੀ ਰਹਾਓ। ਸ਼ੰਕਰ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ ਕੌਣ ਮਾਦੇ ਮਿਲੇ ਸਾਰ ਪਾਨ ਰੇ। ਕਰਮ ਕਲੰਕ ਮਭਿਟ ਸਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗ ਜੁਗੀ ਅਟਲ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ। ਕੱਲ ਭਗਤ ਗੁਰਚਰਨ ਜੀ ਦਾ ਇਹ ਪਾਵਨ ਸ਼ਬਦ
ਆਪ ਜੀ ਸਰਵਣ ਕਰ ਰਹੇ ਸੀ। ਜੋ ਧਨਾਸਰੀ ਰਾਗਣੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ, ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਖਰਿਤ ਸੁਖਰਿਤ ਥਾਰੋ ਕਰਮੜੀ, ਰਹਾਉ ਸੰਕਰ ਮਸਤਕ ਬਸਤਾ ਸੁਰਸਰੀ ਇਸਨਾਨ ਰੇ, ਕੁਲ ਜਨਮ ਤੇ ਮਿਲਿਓ ਸਾਰੰਗ ਪਾਣ ਰੇ, ਕਰਮ ਕਰ ਕਲੰਕ ਮਫੀਟ ਸਰੀ। ਇਹ ਭਗਤ ਬਚਨ ਜੀ ਨੇ ਆਪਣੀ ਇਸਤਰੀ ਦੀ ਬਾਬਤ ਚੰਦਰਮਾ ਦੀ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਮੇਰੀ ਇਸਤਰੀ ਹੈ, ਕਰਮਾਂ ਦੀ ਖੇਡ ਹੈ। ਵੇਖ ਕਰਮ ਨਹੀਂ ਮਿਟਦੇ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਇੰਨੀ ਬਲ ਵਾਲੀ ਹੈ ਕਿ ਭੋਗੇ ਤੋਂ ਬਗੈਰ ਉਹ ਦੂਰ ਨਹੀਂ ਹੁੰਦੀ। ਚੰਦਰਮਾ ਹੈ, ਉਹਨੇ ਪਤਾ ਨਹੀਂ ਕਿੰਨੇ ਯਤਨ ਕੀਤੇ ਕਿ ਮੇਰਾ ਕਰਮ ਮਿਟ ਜਾਵੇ, ਤੇ ਫਿਰ ਵੀ ਉਹਦਾ ਕਰਮ ਮਿਟਿਆ ਨਹੀਂ। ਜਿਹੜਾ ਸ਼ਿਵ ਜੀ ਦੇ ਮੱਥੇ ਤੇ ਰਹਿੰਦਾ ਹੈ, ਜਿਸ ਦੀਆਂ ਜੜਾਵਾਂ ਦੇ ਵਿੱਚ ਗੰਗਾ ਦਾ ਨਿਵਾਸ ਹੈ, ਤੇ ਉਹ ਡੇਲੀ ਗੰਗਾ ਜਲ ਵਿੱਚ ਇਸ਼ਨਾਨ ਕਰਦਾ ਹੈ। ਪਹਿਲਾਂ ਤਾਂ ਸ਼ਿਵ ਜੀ ਨੂੰ ਉਹਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਕਲੰਕ ਦੂਰ ਕਰੋ। ਉਹਨੇ ਵੀ ਮਾਫੀ ਮੰਗ ਲਈ ਕਿ ਕੁਝ ਹੋਰ ਮੰਗ ਲੈ। ਫਿਰ ਕਹਿੰਦਾ ਜੀ ਮੱਥੇ ਤੇ ਲਾ ਲਓ। ਕਹਿੰਦੇ ਹਾਂ ਇਹ ਮੈਂ ਕਰ ਸਕਦਾ। ਫਿਰ ਗੰਗਾ 'ਚ ਇਸ਼ਨਾਨ ਕਰਕੇ ਉਹਨੂੰ ਪ੍ਰਸੰਨ ਕੀਤਾ। ਆਖਾ ਗੰਗਾ ਮਈਆ ਮੈਨੂੰ ਵਰ ਦੇ, ਮੇਰਾ ਕਲੰਕ ਮੇਟ ਦੇ। ਕਹਿਣ ਲੱਗੀ ਵੀਰ ਮੇਰਿਆ ਇਹ ਤਾਂ ਸੰਤਾਂ ਦਾ ਸ਼ਰਾਬ ਹੈ, ਮੈਂ ਨਹੀਂ ਬੈਠ ਸਕਦੀ, ਤੇ ਕੁਝ ਹੋਰ ਮੰਗ ਲੈ। ਗੱਲ ਨਹੀਂ ਬਣੀ। ਕਹਿਣ ਲੱਗਾ ਕਿ ਭਗਵਾਨ ਮੇਰੀ ਕੋਲ ਦੇ ਵਿੱਚ ਅਵਤਾਰ ਲਏ। ਉਹ ਕਹਿੰਦੀ ਫਿਰ ਇਉਂ ਕਰ, ਤੂੰ ਭਗਵਾਨ ਦੀ ਭਗਤੀ ਕਰ। ਫਿਰ ਵਿਸ਼ਨੂੰ ਦੀ ਭਗਤੀ ਕੀਤੀ। ਉਹਦੇ ਕੋਲ ਇਹ ਮੰਗਿਆ ਕਿ ਮੇਰੀ ਕੋਲ ਦੇ ਵਿੱਚ ਅਵਤਾਰ ਲੈ, ਮੇਰੀ ਵੰਸ਼ ਦੇ ਵਿੱਚ ਅਵਤਾਰ ਲੈ। ਕਹਿੰਦਾ ਤਥਾਸਤੂ। ਕ੍ਰਿਸ਼ਨ ਬਣ ਕੇ ਚੰਦਰਮਾ ਦੀ ਕੋਲ ਦੇ ਵਿੱਚ ਭਗਵਾਨ ਵਿਸ਼ਨੂੰ ਆਇਆ। ਫਿਰ ਉਹਨੂੰ ਬੇਨਤੀ ਕੀਤੀ। ਕਹਿਣ ਲੱਗਾ ਨਹੀਂ ਬਈ, ਇੱਕ ਸਾਧ ਬਚਨ ਅਟਲਾਦਾ ਗੁਰਬਾਣੀ ਦੇ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਸੰਤਾਂ ਦਾ ਬਚਨ ਅਟਲ ਹੈ। ਗਿਰ ਵਸੁਦਾ ਜਲ ਪਵਨ ਜਾਈ ਕੋ, ਸੁਮੇਰ ਪਰਬਤ ਗਿਰ ਸਕਦਾ, ਧਰਤੀ ਡੋਲ ਸਕਦੀ ਹੈ, ਤੇ ਪਰ ਸਾਧਨ ਦਾ ਬਚਨ ਟਾਲੀਆਂ ਨਹੀਂ ਟਲਦਾ। ਇਸ ਲਈ ਮੈਨੂੰ ਮਾਫੀ ਦੇ, ਕੁਝ ਹੋਰ ਮੰਗ ਲੈ। ਦੇਖੋ ਕ੍ਰਿਸ਼ਨ ਨੇ ਵੀ ਉਹਦੀ ਪ੍ਰਾਰਬਧ ਨੂੰ ਨਹੀਂ ਮਿਟਿਆ ਤੇ ਵਿਚਾਰਾ ਤਰਸਦਾ ਰਿਹਾ। ਆਖਰ ਇਹਨੇ ਕਿਹੜਾ ਪਾਪ ਕੀਤਾ ਸੀ ਜਿਸ ਕਰਕੇ ਇਹਨੂੰ ਇਸ ਤਰ੍ਹਾਂ ਹੋਇਆ। ਉਹ ਇੰਜ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਹੈ
कि जद चंद्रमा के कोलों इंद्र ने गौतम ऋषि की स्त्री अहल्या बारे सुनिया कि गौतम ऋषि की स्त्री ਉਹਦੇ ਵਰਗਾ ਦੁਨੀਆ ਵਿੱਚ ਕਿਸੇ ਹੋਰ ਦਾ ਰੂਪ ਨਹੀਂ ਹੈ। ਅਹਲਿਆ ਦੀ ਸਿਫਤ ਸੁਣ ਕੇ ਜਦ ਉਹਦੇ ਚਿਹਰੇ ਮੋਹਰੇ ਨੂੰ ਵੇਖਿਆ ਤਾਂ ਕਾਮਵਸ ਹੋ ਕੇ ਇੰਦਰ ਨੂੰ ਆਪਣੀ ਸੁੱਧ ਬੁੱਧੀ ਭੁੱਲ ਗਈ। ਸ੍ਰੀ ਦਸਮ ਗ੍ਰੰਥ ਦੇ ਵਿੱਚ ਕ੍ਰਿਸ਼ਨ ਅਵਤਾਰ ਦੇ ਅੰਦਰ ਇਹਦਾ ਜ਼ਿਕਰ ਲਿਖਿਆ ਹੈ। ਦਿਵਤ ਦੀਪ ਤੁਤ ਬਾਪ ਪਿਖੀ ਬਾਸਰ ਭਇਓ ਪਤੰਗ ਕਾਮ ਸਿੰਘ ਗਰਜਨ ਕਰ ਧੀਰਜ ਭਇਓ ਕਰੰਗ। ਪਹਿਲਾਂ ਇੰਦਰ ਨੇ ਸੂਰਜ ਦੇ ਅਭਿਮਾਨੀ ਦੇਵਤੇ ਨੂੰ ਪੁੱਛਿਆ ਕਿ ਮੇਰਾ ਅਹਲਿਆ ਨਾਲ ਮਿਲਾਪ ਕਿਸ ਤਰੀਕੇ ਨਾਲ ਹੋ ਸਕਦਾ। ਤਾਂ ਸੂਰਜ ਦੇਵਤਾ ਕਹਿਣ ਲੱਗਾ ਵੀ ਮੇਰੀ ਤੇਜ ਰੋਸ਼ਨੀ ਕਰਕੇ ਤਾਂ ਸਭ ਬੀਬੀਆਂ ਮੈਂ ਤੋਂ ਲੁਕੀਆਂ ਰਹਿੰਦੀਆਂ, ਬਾਹਰ ਨਹੀਂ ਆਉਂਦੀਆਂ, ਫਿਰ ਤੂੰ ਕਿਸੇ ਹੋਰ ਨੂੰ ਪੁੱਛ। ਇਹਨੇ ਚੰਦਰਮਾ ਨੂੰ ਪੁੱਛਿਆ ਤਾਂ ਉਹਨੇ ਕਿਹਾ ਵੀ ਉਹਦਾ ਪਤੀ ਗੌਤਮ ऋषि ਕੁੱਕੜ ਦੀ ਬਾਂਗ ਸੁਣ ਕੇ ਪ੍ਰਭਾਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦੀ ਨੂੰ ਗੋਦਾਵਰੀ ਦੇ ਵਿੱਚ ਇਸ਼ਨਾਨ ਕਰਨ ਲਈ ਜਾਂਦਾ ਹੈ। ਉਸ ਸਮੇਂ ਤੋਂ ਬਗੈਰ ਉਹਦੇ ਇਕੱਲਿਆਂ ਹੋਰ ਰਹਿਣ ਦਾ ਕੋਈ ਸਮਾਂ ਨਹੀਂ ਹੈ। ਇਸ ਤਰ੍ਹਾਂ CID ਕਰ ਦਿੱਤੀ ਪਾਪੀ ਬੰਦੇ ਨੂੰ। ਇਹ ਚੰਦਰਮਾ ਦਾ ਸਭ ਤੋਂ ਪਹਿਲਾ ਕਸੂਰ ਸੀਗਾ। ਪਹਿਲਾਂ ਦਾ 10 ਪਾਈ, ਫਿਰ ਗਲਤ CID ਦੇ ਦਿੱਤੇ। ਇਹ ਗੁਨਾਹ ਕੀਤਾ ਇਹਨੇ। ਇਹ ਚੰਦਰਮਾ ਨੂੰ ਇੰਦਰ ਕਹਿਣ ਲੱਗਾ ਵੀ ਮੇਰੀ ਸਹਾਇਤਾ ਵੀ ਕਰ। ऋषि ਦੇ ਸਵੇਰੇ ਉੱਠਣ ਸਮੇਂ ਤੋਂ ਕੁੱਕੜ ਬਣ ਕੇ ਅੱਧੀ ਰਾਤ ਨੂੰ ਹੀ ਬਾਂਗ ਦੇ ਦੇਵੀਂ। ਇੰਦਰ ਦਾ ਕਹਿਣਾ ਮੰਨ ਕੇ ਚੰਦਰਮਾ ਨੇ ਦੂਜੀ ਰਾਤ ਨੂੰ ਕੁੱਕੜ ਦਾ ਰੂਪ ਧਾਰ ਕੇ ਅੱਧੀ ਰਾਤ ਹੀ ਜਾ ਕੇ ਬਾਂਗ ਦੇ ਦਿੱਤੀ। ਬਾਂਗ ਨੂੰ ਸੁਣ ਕੇ ਗੌਤਮ ऋषि ਉੱਠ ਕੇ ਪਰਨਾ ਲੈ ਕੇ ਇਸ਼ਨਾਨ ਕਰਨੀ ਗੋਦਾਵਰੀ ਵੱਲ ਤੁਰ ਪਿਆ ਤੇ ਗੌਤਮ ऋषि ਦੇ ਜਾਣ ਤੋਂ ਬਾਅਦ ਇੰਦਰ ਨੇ ਦੇਵੀ ਸ਼ਕਤੀ ਨਾਲ ਗੌਤਮ ऋषि ਵਰਗਾ ਹੀ ਸਰੂਪ ਬਣਾ ਕੇ ਅਹਲਿਆ ਦੇ ਨਾਲ ਮਨ ਭਾਉਂਦੀਆਂ ਖੁਸ਼ੀਆਂ ਕੀਤੀਆਂ। ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਭਇਓ ਸ਼ਾਸ ਕਹਿੰਦੇ ਚੰਦਰਮਾ ਅਰਨ ਚੂੜ ਕਹਿੰਦੇ ਕੁੱਕੜ ਨੂੰ ਜਾਏ ਸਮੀਪ ਸ਼ਬਦ ਨੇ ਜਪਿਓ। ऋषि ਦੇ ਕੋਲ ਜਾ ਕੇ ਚੰਦਰਮਾ ਨੇ ਕੁੱਕੜ ਬਣ ਕੇ ਬਾਂਗ ਦਿੱਤੀ। ਗੌਤਮ ऋषि ਭਈ ਆਪ ਪ੍ਰਾਤਾ। ਉਹਨੇ ਵਿਚਾਰੇ ਨੇ ਸਮਝਿਆ ਬੱਚੇ ਤਾਂ ਰਾਤ ਦੇ 12 ਸੀਗੇ। ਉਹਨੇ ਸਮਝਿਆ ਪਤਾ ਨਹੀਂ ਅੰਮ੍ਰਿਤ ਵੇਲਾ ਹੋ ਗਿਆ। ਮਜਨ ਕਰਨ ਚਲਾ ਅਧ ਰਾਤਾ ਸੁਨਾ ਸੀਰ ਲਖ ਸੂਨ ਨਿਸ਼ੰਕਾ ਮਿਲਿਓ ਅਹਲਿਆ ਕੋ ਭਯੰਕਾ। जिस वक्त गौतम ऋषि गोदावरी गंगा ਦੇ ਵਿੱਚ ਇਸ਼ਨਾਨ ਕਰਨ ਲਈ ਵਿੱਚ ਵੜਿਆ। ਸੱਚਖੰਡ ਹਜ਼ੂਰ ਸਾਹਿਬ ਗੁਰਦੁਆਰਾ ਲੰਗਰ ਸਾਹਿਬ ਦੇ ਨਾਲ ਹੀ ਨਗੀਨਾ ਘਾਟ ਗੁਰਦੁਆਰਾ ਨਗੀਨਾ ਸਾਹਿਬ ਦੇ ਨਾਲ ਹੀ ਗੋਦਾਵਰੀ ਵਗਦੀ ਹੈ। ਇੱਥੇ ਹੀ ਕਿਤੇ ਇਸ਼ਨਾਨ ਕਰ ਰਿਹਾ ਸੀ ਤੇ ਅੰਤਰਜਾਮੀ ਗੋਦਾਵਰੀ ਗੰਗਾ ਦੇ ਰੂਪ ਦੇ ਵਿੱਚ ਉਹਨੇ ਆਵਾਜ਼ ਦਿੱਤੀ ਕਿ ਇਹ ऋषि ਤੇਰੇ ਇਸ਼ਨਾਨ ਦਾ ਜੇ ਵਕਤ ਨਹੀਂ ਹੈ। ਅਜੇ ਤਾਂ ਅੱਧੀ ਰਾਤ ਦਾ ਸਮਾਂ। ਆਪਣਾ ਘਰ ਜਾ ਕੇ ਸੰਭਾਲ। ਤੇਰੇ ਘਰ ਚੋਰ ਲੱਗੇ ਹੋਏ ਨੇ, ਜਲਦੀ ਜਾ ਤੇ ਸੰਭਾਲ ਕਰ।
ਇਹ ਗੱਲ ਸੁਣ ਕੇ ਰਿਖੀ ਗੱਲਾਂ ਬੰਨਾਂ ਨਿਚੋੜਦਾ ਬਹੁਤ ਹੀ ਗੁੱਸੇ 'ਚ ਜਲਦੀ ਬਾਹਰ ਨਿਕਲਿਆ। ਜਦ ਰਿਖੀ ਜੀ ਨੇ ਘਰ ਦੇ ਕੋਲ ਪਹੁੰਚ ਕੇ ਵੇਖਿਆ, ਜੋ ਹਜ਼ੂਰ ਸਾਹਿਬ ਦੇ ਨਜ਼ਦੀਕ ਗੋਦਾਵਰੀ ਗੰਗਾ ਦੇ ਕਿਨਾਰੇ 'ਤੇ ਸੀਗਾ, ਕਿ ਚੰਦਰਮਾ ਕੁੱਕੜ ਬਣ ਕੇ ਮਨਾਰੇ 'ਤੇ ਬੈਠਾ ਬੋਲ ਰਿਹਾ ਹੈ। ਸਾਰੀ ਸ਼ੈਤਾਨੀ ਚੰਦਰਮਾ ਦੀ ਜਾਣ ਕੇ ਗੁੱਸੇ ਵਿੱਚ ਆ ਕੇ ਬੜੇ ਜ਼ੋਰ ਨਾਲ ਗੱਲਾਂ ਪਰਨਾ ਚਲਾ ਕੇ ਮਾਰਿਆ, ਵਗਾਤਾ ਪਰਨਾ ਮਾਰਿਆ। ਤੇ ਇਹ ਕੁੱਕੜ ਬਣੇ ਦੇ ਮੂੰਹ ਦੇ ਵਜ੍ਹਾ ਦੇ ਬੂਥੇ ਤੇ ਚੰਦਰਮਾ ਨੂੰ ਕਲੰਕ ਲੱਗ ਗਿਆ ਪੱਕਾ ਹੀ, ਜਿਸ ਦੇ ਕਲੰਕ ਨੂੰ ਅੱਜ ਤੱਕ ਕੋਈ ਦੂਰ ਨਹੀਂ ਕਰ ਸਕਿਆ। ਜੇ ਗਾਂ ਵੀ ਤੁਸੀਂ ਪੁੱਛਦੇ ਹੋ, ਮਾੜੀ ਗੱਲ ਵੈਸੇ ਕਿਸੇ ਦੀ ਸਪੀਕਰ 'ਚ ਨਹੀਂ ਕਰਨੀ ਚਾਹੀਦੀ। ਐਵੇਂ ਝੂਠ ਬੋਲੀ ਹੈ, ਇਹ ਗੱਲ ਚੰਗੀ ਨਹੀਂ ਹੁੰਦੀ। ਤੇ ਪਰ ਹੁਣ ਇਸ ਭਾਵ ਨੂੰ ਸਪਸ਼ਟ ਕਿਵੇਂ ਕੀਤਾ ਜਾਵੇ, ਇਹਦੇ ਤੋਂ ਵੀ ਹੋਰ ਮਾੜੀ ਗੱਲ ਹੈ। ਚੰਦਰਮਾ ਨੂੰ ਦੁਨੀਆ ਪੂਜਦੀ ਹੈ, ਲੋਕ ਮੱਥੇ ਟੇਕਦੇ ਹਨ, ਤੇ ਪਰ ਸਾਧ ਸੰਗਤ ਜੀਓ, ਇਹ ਐਡਾ ਗੁਨਾਹਗਾਰ ਬੰਦਾ ਹੈ ਕਿ ਇਹਦੀ ਗੱਲ ਕਰਨੀ ਜ਼ੁਬਾਨ ਵੱਲ ਖਾਂਦੀ ਹੈ। ਤਾਂ ਆਪਾਂ ਪਹਿਲਾਂ ਗੌਤਮ ਰਿਸ਼ੀ ਬਾਰੇ ਵਿਚਾਰ ਲਈਏ। ਵਾਹਿਗੁਰੂ ਵਾਹਿਗੁਰੂ। ਇਹ ਚੰਦਰਮਾ ਨੂੰ ਕਲੰਕ ਲਾ ਕੇ ਤੇ ਜਿਸ ਵਕਤ ਅੰਦਰ ਜਾਣ ਲੱਗਿਆ ਤੇ ਆਪਣੀ ਧੀ ਰਾਣੀ ਨੂੰ, ਜਿਹਦਾ ਨਾਮ ਸੀ ਅੰਜਨੀ, ਹਨੂਮਾਨ ਦੀ ਮਾਤਾ ਸੀ, ਉਹਨੂੰ ਪਹਿਰੇ 'ਤੇ ਖੜਾ ਵੇਖ ਕੇ ਪੁੱਛਣ ਲੱਗਾ ਕਿ ਅੰਦਰ ਕੌਣ ਹੈ। ਤਾਂ ਅੰਜਨੀ ਨੇ ਆਪਣੀ ਮਾਂ ਦੀ ਮਦਦ ਕਰਦਿਆਂ ਹੋਇਆ ਛੋਟੀ ਜਿਹੀ ਆਵਾਜ਼ ਦੇ ਨਾਲ ਕਿਹਾ, ਮਾਂਜਾਰ। ਮਾਂਜਾਰ ਦੇ ਕਈ ਅਰਥ ਮੰਨੇ ਗਏ ਨੇ। ਮਾਂਜਾਰ ਬਿੱਲੇ ਦਾ ਨਾਮ ਵੀ ਹੈ। ਮਾਂਜਾਰ ਮਾਂ ਦਾ ਯਾਰ ਚੋਰ ਨੂੰ ਵੀ ਕਹਿੰਦੇ ਨੇ। ਝੂਠ ਨਹੀਂ ਬੋਲਿਆ ਤੇ ਸਪਸ਼ਟ ਨਹੀਂ ਦੱਸਿਆ। ਤੇ ਉਸ ਵੇਲੇ ਅੰਜਨੀ ਨੂੰ ਵੀ ਆਪਣੀ ਮਾਂ ਦੇ ਪਾਪ ਕਰਮ ਦੇ ਵਿੱਚ ਮਿਲੀ ਭੁਗਤ ਜਾਣ ਕੇ ਰਿਸ਼ੀ ਨੇ ਸ਼ਰਾਪ ਦੇ ਦਿੱਤਾ ਕਿ ਜਾ, ਬਿਨਾਂ ਹੀ ਵਿਵਾਹ ਤੋਂ ਤੇਰੇ ਘਰ ਬੱਚੇ ਦਾ ਜਨਮ ਹੋਏਗਾ। ਅੰਦਰ ਜਾ ਕੇ ਕਹਿਣ ਲੱਗਾ ਵੀ ਥੂ ਥੂ ਥੂ, ਤੇਰੇ ਮੂੰਹ ਤੇ ਮੈਂ ਥੁੱਕਦਾ, ਡੁੱਬ ਕੇ ਮਰ ਜਾ, ਤੇਰਾ ਬੇੜਾ ਬਹਿ ਜਾਏ। ਤੂੰ ਇੰਨਾ ਕੁਛ ਪਾ ਕੇ, ਇੰਨੇ ਪਦਾਰਥਾਂ ਵਾਲਾ ਹੋ ਕੇ ਤੇ ਉਰਵਸ਼ੀ ਆਦਿਕ ਹੋਰ ਬੀਬੀਆਂ ਦੇ ਰਾਗ ਰੰਗ ਦੇ ਵਿੱਚ ਦਿਨ ਰਾਤ ਮਸਤੀ ਮਾਰ ਕੇ ਵੀ ਤੂੰ ਅਜੇ ਤੱਕ ਤ੍ਰਿਪਤ ਨਹੀਂ ਹੋਇਆ। ਚੜੇਲ ਵੀ ਗੁਆਂਢਣ ਦਾ ਘਰ ਛੱਡ ਦਿੰਦੀ ਹੈ, ਉਹ ਵੀ ਧਰਮ ਦੀ ਜਗ੍ਹਾ ਦੀ ਕੋਈ ਇੱਜ਼ਤ ਰੱਖਦੀ ਹੈ। ਤੂੰ ਏਡਾ ਵੱਡਾ ਹੋ ਕੇ ਸਿਆਣਾ ਬਿਆਣਾ ਰਿਸ਼ੀਆਂ ਦਾ ਘਰ ਤਾਂ ਛੱਡ ਦਿੰਦਾ, ਤੂੰ ਰਿਸ਼ੀਆਂ ਦੇ ਘਰ ਵੀ ਪਾਪ ਕਰਮ ਕਰਨ ਲੱਗ ਪਿਆ। ਜਾ, ਤੇਰੇ ਸਰੀਰ ਤੇ ਤੂੰ ਇੱਕ ਭਾਗ ਲਈ ਆਇਆ, ਇਹੋ ਜਿਹੀਆਂ ਹਜ਼ਾਰ ਭਾਗਾਂ ਤੇਰੇ ਸਰੀਰ 'ਚ ਫੁੱਟ ਪੈ। ਕਿਉਂ ਰਿਸ਼ੀ ਦੇ ਕੋਲ ਦੇ ਬਚਨ ਸੁਣ ਕੇ ਇੰਦਰ ਦਾ ਸਰੀਰ ਫਿੱਟ ਗਿਆ, ਹਜ਼ਾਰ ਭਾਗਾਂ ਦੇ ਨਿਸ਼ਾਨ ਸਰੀਰ ਤੇ ਹੋ ਗਏ। ਜਿਵੇਂ ਨਾਨਕ ਪ੍ਰਕਾਸ਼ ਦੇ ਵਿੱਚ ਜ਼ਿਕਰ ਆਉਂਦਾ ਹੈ,
सत मनु अवलोक्यो जब ही, कोपिक लिखी शराब दिए तब ही। एक पग कार में हेठा आयो, नहीं लिखण दे नैक डरायो। भाग सहंसर होवत तन तेरे, पयो शराब न जामे डेरे। आत्म रूप दे बना शरीर, जस अग तस फल पाए अधीरा। उस समय अपने कीते पाप कर्म नूं याद करके बड़ाए रोया। कुकर्मी बंदे नूं रोना पैंदा है। ये रोण बाबत श्री गुरु नानक देव महाराज के गुरबाणी दे विच वचन ने। प्रभाती महला पहला। रामकली की जिहड़ी पहली वार है, पहली उस वार दे विच ये पहले पातशाह जी का वचन है। सहंसरदान दे इंद्र रोआया। ये रामकली की वार विच महला पहला। सहंसरदान दे इंद्र रोआया, परशुराम रोए घर आया। अजस रोवे पी किया खाए, सीधर गए सजाए। ये सारे मुद्दा दिखाया। तो इंद्र का नाम पहले नंबर से गुरु नानक साहब जी ने लिया। एडा नकम्मा बंदा सी, स्वर्ग का देखो राजा होके फिर भी नकम्मा काम किया, इसलिए पहले नंबर से गुनाहगार मनिया। प्रभाती महला पहला। सले खेड़ गुरु साहब फरमाउंदे, गौतम तपा हिलिया इस्तरी, इस देख इंद्र लो भाया। सह शरीर चेन पग हुए, तामन बचोताया। कोई जान न भूलै भाई, सो भूलै जिसया भुलावे। बुझे जिसे बुझाई रहा। अपनी हिस्त्री अहल्या नूं कहन लगे कि जा। गौतम ऋषि ने शराब दे दिता कि तू जाके पत्थर बन। तेरे ऋषियों के कोल रह के भी अंदरों विषय विकार नहीं मिटे, क्योंकि अहल्या ने अपनी जोगेश्वरी नाम की सखी भेज के खुद आप ही कुकर्म करने लई इंद्र नूं आ बुलाया सीगा। जब ऋषि ने शराब दिता तद वो भी काम उठिए, बड़ा पश्चाताप किया। कहते सवेर का भुलिया शाम को घर आ जाए तो वह माफ़ी की याचना करे, उन्होंने भुलिया नहीं कहीदा। धर्मी बंदियां का नियम है कि वह माफ़ कर देंगे ने, क्योंकि दयालु होंगे हैं। उन्हें बेनती की, है स्वामी जी गल तुहाडी सही है, शराब का वचन बिल्कुल सही है, तुसी दोष नहीं ला रहे। मैं अपने कीते गुनाह नूं मनदी हाँ। जिस तरह का मैं कुकर्म किया उसे का फल आपके शराब करके तो मैनू अवश्य भोगना पवेगा। ये तो पक्की गल है भी पत्थर मैं जरूर बनूँगी, क्योंकि मैं तुहाडी पत्नी रही हाँ। तो हुण मेरे ते भी कुछ तरस करो, मैं माफ़ी मंगदी हाँ। मेरी बेनती है कृपा करके तो दस दो कि पत्थर जून छुटूगी किवें, मेरी कल्याण मेरी मुक्ति किवें होगी। तो गौतम ऋषि ने कहा कि जद त्रेते युग दे विच मर्यादा पुरुषोत्तम भगवान श्री रामचंद्र जी अवतार धारनगे तो उन्होंने चरण छूहण नाल तेरी पत्थर जून तो मुक्ति होगी। तो उन्हें बेनती की, है स्वामी जी भी अजे तो द्वापर युग आवेगा, क्योंकि ये साखी सतयुग की है। तो सतयुग तो बाद द्वापर आना सीगा, फिर किते त्रेते नहीं आना है। इन्ना चिर तो मैनू आपके चरणों तो नाम छोड़ो जी, पत्थर की जून के इन्ना चिर मैनू रहना पऊगा। कृपा करो मैनू तुहाडे चरणों तो इन्ना नाम छोड़ो जी।
ਤਾਂ ਗੌਤਮ ਰਿਸ਼ੀ ਜੀ ਕਹਿਣ ਲੱਗੇ ਕਿ ਪਹਿਲਾਂ ਤ੍ਰੇਤਾ ਯੁੱਗ ਆਵੇਗਾ। ਵੇਖੋ ਦਇਆ ਦੇ ਘਰ ਵਿੱਚ ਆ ਗਏ। ਇੰਨੇ ਵੱਡੇ ਜਪੀ ਤਪੀ ਮਹਾਂਪੁਰਖ ਦੁਨੀਆ ਦੇ ਵਿੱਚ ਹੋਏ ਨੇ ਕਿ ਉਹਨਾਂ ਨੇ ਜੋਗੀ ਪਲਟਾਤਾ। ਕਹਿੰਦੇ ਦੁਆਪਰ ਹੁਣ ਬਾਅਦ 'ਚ ਆਊਗਾ, ਤ੍ਰੇਤਾ ਪਹਿਲਾਂ ਆਊਗਾ। ਤ੍ਰੇਤੇ ਯੁੱਗ 'ਚ ਫਿਰ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੇ ਬਨੋਵਾਸ ਜਾਂਦੇ ਆ ਰਸਤੇ ਵਿੱਚ ਆਪਣੇ ਚਰਨ ਛੁਹਾ ਕੇ ਪੱਥਰ ਜੂਹ ਤੋਂ ਅਹਲਿਆ ਨੂੰ ਮੁਕਤ ਕੀਤਾ ਸੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਨੇ, ਗੌਤਮ ਨਾਰ ਅਹਲਿਆ ਤਿਸ ਨੂੰ ਦੇਖ ਇੰਦਰ ਲੋਭਾਣਾ, ਪਰ ਕਰ ਜਾਏ ਸ਼ਰਾਬ ਲੈ ਹੋਏ ਸਹਿਜ ਭਗ ਪਛੋਤਾਣਾ। ਸਤੀ ਸਤੂ ਡਲ ਸਿਲਾ ਹੋਏ ਨਦੀ ਕਿਨਾਰੇ ਬਾਜ ਪੁਰਾਣਾ। ਰਗਵਰ ਚਰਨ ਸੁੰਦਿਆਂ ਚਲੀ ਸੁਰਗੁਰ ਸਣੇ ਬਿਬਾਣਾ। ਇਸੇ ਤਰ੍ਹਾਂ ਅੰਜਨੀ ਆਪਣੇ ਪਿਤਾ ਗੌਤਮ ਰਿਸ਼ੀ ਦੇ ਕੋਲੋਂ ਸ਼ਰਾਬ ਦੇ ਬਚਨ ਸੁਣ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸ਼ਹਿਰ ਇਹਦੇ ਤੋਂ 7 ਮੀਲ ਪਰੇ ਜੋ ਗੁਰਦੁਆਰਾ ਸ਼ਿਕਾਰ ਘਾਟ ਵਾਲੀ ਜਗ੍ਹਾ ਹੈ, ਗੋਦਾਵਰੀ ਨਦੀ ਟੱਪ ਕੇ ਉਹਦੇ ਕੋਲ ਹੀ ਅੰਜਨੀ ਬੀਬੀ ਦਾ ਸਥਾਨ ਹੈ। ਉੱਥੇ ਗੁਫਾ ਬਣਾ ਕੇ ਇਹ ਵਿਚਾਰੀ ਤਪੱਸਿਆ ਕਰਨ ਲੱਗ ਪਈ। ਸੋਚੀ ਪੈ ਗਈ ਵੀ ਹੁਣ ਕੀ ਬਣੂਗਾ, ਰੱਬ ਰੱਬ ਕਰਦੀ ਅਤੇ ਭੋਰੇ ਦੇ ਵਿੱਚ ਉੱਥੇ ਗੁਫਾ ਦੇ ਵਿੱਚ ਪ੍ਰਵੇਸ਼ ਕਰ ਗਈ। ਜਦ ਮੋਹਣੀ ਅਵਤਾਰ ਨੂੰ ਵੇਖ ਕੇ ਸ਼ਿਵ ਜੀ ਦਾ ਜਿਹੜਾ ਜਤ ਹੈ ਉਹ ਡਿੱਗਿਆ, ਤਾਂ ਨਾਰਦ ਮੁਨੀ ਨੇ ਗੌਤਮ ਰਿਸ਼ੀ ਦਾ ਸ਼ਰਾਪ ਪੂਰਾ ਕਰਨ ਲਈ ਉਹਨੂੰ ਨੜੇ 'ਚ ਪਾ ਲਿਆ ਅਤੇ ਅੰਜਨੀ ਕੋਲ ਜਾ ਪਹੁੰਚਿਆ ਜਿੱਥੇ ਗੁਫਾ 'ਚ ਤਪ ਕਰ ਰਹੀ ਸੀ। ਗੁਫਾ ਤੋਂ ਬਾਹਰ ਇੱਕ ਸ਼ੇਖ ਦੇ ਰਸਤੇ ਪੁੱਛਣ ਲੱਗਾ ਕਿ ਇਹ ਬੀਬੀ ਤੂੰ ਜਿਹੜਾ ਜਾਪ ਕਰ ਰਹੀ ਹੈ ਤੂੰ ਕਿਹਦੇ ਕੋਲੋਂ ਲਿਆ ਹੈ? ਕੋਈ ਗੁਰੂ ਧਾਰਨ ਕੀਤਾ, ਗੁਰੂ ਮੰਤਰ ਲਿਆ ਕਿਸੇ ਕੋਲੋਂ ਕਿ ਆਪਣੇ ਆਪ ਹੀ ਤਪੱਸਿਆ ਕਰਨ ਲੱਗ ਪਈ ਹੈ? ਰਿਸ਼ੀ ਜੀ ਨਾਰਦ ਦੀ ਇਹ ਗੱਲ ਸੁਣ ਕੇ ਮੁਨੀ ਦੀ ਉਹ ਵਿਚਾਰੀ ਭੋਲੀ ਭਾਲੀ ਕਹਿਣ ਲੱਗੀ ਵੀ ਅਜੇ ਤੱਕ ਤਾਂ ਮੈਂ ਗੁਰ ਮੰਤਰ ਕਿਸੇ ਕੋਲੋਂ ਲਿਆ ਨਹੀਂ, ਮੈਂ ਤਾਂ ਆਪਣੇ ਆਪ ਹੀ ਤਾਪ ਕਰਨ ਲੱਗ ਪਈ ਹਾਂ। ਤਾਂ ਨਾਰਦ ਨੇ ਕਿਹਾ ਤੂੰ ਮੇਰੇ ਵੱਲ ਕੰਨ ਕਰ, ਮੈਂ ਤੈਨੂੰ ਗੁਰ ਮੰਤਰ ਦਿੰਦਾ। ਵੇਖ ਲਓ ਇਹੋ ਜਿਹੇ ਗੁਰੂ ਹੁੰਦੇ ਨੇ ਜਿਹੜੇ ਬੰਦੇ ਨੂੰ ਧੋਖੇ 'ਚ ਲਿਜਾ ਕੇ ਉੱਥੇ ਮਾਰਦੇ ਨੇ ਜਿੱਥੇ ਕੋਈ ਬਾਤ ਨਾ ਪੁੱਛੇ, ਫਿਰ ਬੰਦਾ ਸਾਰੀ ਉਮਰ ਰੋਂਦਾ ਰਹੀ ਬੈਠਾ। ਉਹਨੇ ਵਿਚਾਰੀ ਭੋਲੀ ਭਾਲੀ ਨੇ ਰਿਸ਼ੀ ਜਾਣ ਕੇ, ਮੁਨੀ ਜਾਣ ਕੇ, ਇੱਕ ਭਗਤੀ ਵਾਲਾ ਗੁਰੂ ਜਾਣ ਕੇ ਗੋਹਾ 'ਚ ਬੈਠੇ ਹੀ ਆਪਣਾ ਕੰਨ ਨਾਰਦ ਵੱਲ ਕਰ ਦਿੱਤਾ। ਸੋਚਿਆ ਸੀ ਵੀ ਦੁਨੀਆ ਤੋਂ ਨਿਗਾਹ ਤੋਂ ਬਚ ਕੇ ਰਹਿਣਾ ਹੈ। ਅਤੇ ਵੇਖ ਲਓ ਨਾਰਦ ਮੁਨੀ ਨੇ ਬਾਹਰ ਤੋਂ ਹੀ ਨੜੇ ਰਾਹੀਂ ਜੋ ਸ਼ਿਵ ਜੀ ਦਾ ਜਤ ਸੀਗਾ ਉਹ ਸ਼ੇਖ ਦੇ ਰਸਤੇ ਫੂਕ ਮਾਰ ਕੇ ਉਹਦੇ ਕੰਨ 'ਚ ਪਾ ਦਿੱਤਾ। ਅਤੇ ਜਿਸ ਕਰਕੇ ਕੁਝ ਸਮੇਂ ਬਾਅਦ ਮਹਾਬਲੀ ਭਗਵਾਨ ਵਿਸ਼ਨੂੰ ਦੇ ਭਗਤ ਹਨੂੰਮਾਨ ਨੇ ਜਨਮ ਲਿਆ। ਕਿਉਂ? ਗੌਤਮ ਰਿਸ਼ੀ ਦਾ ਸ਼ਰਾਪ ਪੂਰਾ ਹੋਇਆ। ਇਸੇ ਕਾਰਨ ਹੀ ਗੌਤਮ ਰਿਸ਼ੀ ਵੱਲੋਂ ਗਿੱਲੇ ਪਰਨੇ ਨਾਲ ਜੋ ਕੰਦ ਚੰਦਰਮਾ ਨੂੰ ਕਲੰਕ ਲੱਗਾ, ਅੱਜ ਤੱਕ ਕੋਈ ਮਾਈ ਦਾ ਲਾੜ ਇਹਨੂੰ ਦੂਰ ਨਹੀਂ ਕਰ ਸਕਿਆ। ਖੁਦ ਭਗਵਾਨ ਨੇ ਵੀ ਬਾਹਾਂ ਖੜੀਆਂ ਕਰ ਦਿੱਤੀਆਂ ਵੀ ਮੈਨੂੰ ਮਾਫ਼ ਕਰੋ ਬਈ, ਆਪਾਂ ਸੰਤਾਂ ਨਾਲ ਨਹੀਂ ਮੱਥਾ ਲਾਉਂਦੇ, ਲਾਉਣਾ ਚਾਹੀਦਾ ਵੀ ਨਹੀਂ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਮੱਥਾ ਲਾਈਦਾ ਨਹੀਂ ਮੱਥਾ ਟੇਕੀਦਾ ਹੈ। ਸਤ ਵਚਨ ਅਤੇ ਚੰਦਰਮਾ ਦੇ ਹੋਰ ਪਾਪ ਗੁਨਾਹ ਨੂੰ ਤੁਸੀਂ ਸੁਣੋ।
ਇਹ ਹੋਰ ਦੇਵਤਿਆਂ ਸਮੇਤ ਪੁਰਾਣਾ ਟਾਈਮ ਸੀਗਾ, ਸਕੂਲ ਕਾਲਜ ਹੁੰਦੇ ਨਹੀਂ ਸੀ, ਗੁਰੂਆਂ ਦੇ ਆਸ਼ਰਮ ਉਹਨਾਂ ਦੇ ਘਰਾਂ 'ਚ ਉਹਨਾਂ ਦੇ ਕੋਲ ਹੀ ਲੈ ਕੇ ਵਿਦਿਆ ਪ੍ਰਾਪਤ ਕਰੀ ਦੀ। ਇਹ ਗੁਰੂ ਬ੍ਰਿਹਸਪਤ ਦੇ ਕੋਲ ਵਿਦਿਆ ਪੜ੍ਹਨ ਜਾਂਦੇ ਸੀ ਸਾਰੇ ਮੁੰਡੇ। ਉਸ ਵਕਤ ਚੰਦਰਮਾ ਬ੍ਰਿਹਸਪਤ ਤੋਂ ਵਿਦਿਆ ਪੜ੍ਹਨ ਦੇ ਨਾਲ ਨਾਲ ਉਹਨਾਂ ਦੇ ਘਰ ਸੇਵਾ ਵੀ ਕਰਦਾ। ਬਾਲਣ ਦੀ ਲੱਕੜਾਂ ਲਿਆਤੀਆਂ, ਉਹਨਾਂ ਨੂੰ ਵੱਢ ਦਿੱਤਾ, ਬਾਲਣ ਦੀ ਘਾਟ ਨਾ ਆਉਣ ਦਿੱਤੀ, ਚੁੱਲ੍ਹੇ ਚੱਗ ਬਾੜ ਦਿੱਤੀ, 100 ਗੱਲਬਾਤ। ਅਤੇ ਗੁਰੂ ਦੇ ਘਰ ਬਾਰ ਆਉਣ ਜਾਣ ਕਰਕੇ ਅਤੇ ਉਹਦਾ ਮੋਹ ਪੈ ਗਿਆ। ਬੀਬੀ ਤਾਰਾ ਸੀ ਬ੍ਰਿਹਸਪਤ ਦੀ ਇਸਤਰੀ। ਪਹਿਲਾਂ ਬੰਦੇ ਨਾਲ ਮੋਹ ਪੈਂਦਾ, ਉਸ ਤੋਂ ਬਾਅਦ ਫਿਰ ਕਾਮ ਦੀ ਉਤਪਤੀ ਹੁੰਦੀ ਹੈ ਅਤੇ ਪ੍ਰੇਮ ਭਾਵ ਪੈਦਾ ਹੋ ਗਿਆ ਆਪਸ 'ਚ, ਅਤੇ ਫਿਰ ਸੰਬੰਧ ਨਜਾਇਜ਼ ਬਣ ਗਏ। ਬੁੱਧ ਨਾਮੇ ਪੁੱਤਰ ਪੈਦਾ ਹੋਇਆ। ਬ੍ਰਿਹਸਪਤ ਵਿਚਾਰੇ ਨੂੰ ਪਤਾ ਹੀ ਕੋਈ ਨਹੀਂ, ਭੋਲਾ ਭਾਵ ਸਾਧੂ ਰੂਪ ਸੀਗਾ। ਅਤੇ ਬੁੱਧ ਨੂੰ ਚੰਦਰਮਾ ਆਪਣੀ ਗੋਦ 'ਚ ਬਿਠਾ ਕੇ ਆਪਣਾ ਪੁੱਤਰ ਸਮਝ ਕੇ ਬੜਾ ਖਿਡਾਉਂਦਾ, ਬੜਾ ਉਹਦੇ ਨਾਲ ਗੱਲਾਂ ਬਾਤਾਂ ਕਰਦਾ, ਬੜਾ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕਰਦਾ, ਅੰਦਰ ਬਾਹਰ ਲਿਜਾਉਂਦਾ। ਉਹ ਬ੍ਰਿਹਸਪਤ ਰੋਜ਼ ਹੀ ਕਹਿੰਦਾ ਵੀ ਇਹ ਮੁੰਡੇ ਨੂੰ ਚੁੱਕੀ ਫਿਰਦਾ, ਇਹ ਵਿਦਿਆ ਪੜ੍ਹਨਾ ਹੈ, ਕੀ ਕਰਨਾ ਹੈ, ਚੰਗਾ ਇਹ ਬੰਦਾ ਇਹ ਵਿਦਿਆਰਥੀ ਹੈ। ਮਨੋਰਾ ਹੋਏ ਦੱਸੋ ਜੀ ਮਹਾਰਾਜ। ਗੁੱਸੇ ਦੇ ਵਿੱਚ ਆ ਕੇ ਬ੍ਰਿਹਸਪਤ ਜੀ ਕਹਿਣ ਲੱਗੇ ਵੀ ਹੇ ਚੰਦਰਮਾ, ਤੂੰ ਸਾਰੇ ਦਿਨ ਆ ਨਿਆਣੇ ਦੇ ਮੋਹ ਦੇ ਵਿੱਚ ਹੀ ਲੱਗਾ ਰਹਿੰਦਾ, ਤੂੰ ਵਿਦਿਆ ਪੜ੍ਹਨਾ ਹੈ ਕਿ ਕੀ ਕਰਨਾ ਹੈ, ਤੂੰ ਵਿਦਿਆ ਪੜ੍ਹਨੀ ਕਿ ਨਹੀਂ, ਤੂੰ ਬੱਚੇ ਨੂੰ ਖਿਡਾਉਂਦਾ ਰਹਿੰਦਾ, ਵਿਦਿਆ ਪੜ੍ਹਨ ਵੱਲ ਵੀ ਧਿਆਨ ਦਿਆ ਕਰ। ਤਾਂ ਕਹਿਣ ਲੱਗਾ ਵੀ ਜਾ ਰਹੀ ਆਪਣਾ ਕੰਮ ਕਰ। ਮਾਣ ਦੇ ਵਿੱਚ ਬੋਲ ਪਿਆ, ਬਕਵਾਸ ਮਾਰਤੀ। ਕਹਿਣ ਲੱਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿਣ ਲੱਗਾ, ਕਹਿੰਦਾ ਵੀ ਮੈਂ ਤੇਰਾ ਪੁੱਤਰ ਨਹੀਂ ਖਿਡਾਉਂਦਾ, ਇਹ ਮੇਰਾ ਮੁੰਡਾ ਮੇਰਾ। ਇਹ ਸੁਣ ਕੇ ਬ੍ਰਿਹਸਪਤ ਜੀ ਕਹਿਣ ਲੱਗੇ ਕਿ ਹੇ ਚੰਦਰਦੇਵ, ਤੂੰ ਮੇਰੇ ਕੋਲ ਵਿਦਿਆ ਪੜ੍ਹ ਕੇ ਵੀ ਮੇਰੀ ਇਸਤਰੀ ਤੋਂ ਹੀ ਨਜਾਇਜ਼ ਸੰਬੰਧਾਂ ਦੇ ਨਾਲ ਇਹ ਬੁੱਧ ਪੁੱਤਰ ਪੈਦਾ ਕੀਤਾ, ਇਹ ਤੂੰ ਬੜਾ ਪਾਪ ਕਰਮ ਕੀਤਾ, ਇਹ ਚੰਗਾ ਨਹੀਂ ਕੀਤਾ। ਗੁਰੂ ਦੀ ਇਸਤਰੀ ਤੇ ਰਾਜੇ ਦੀ ਇਸਤਰੀ ਤੇ ਦੋਸਤ ਦੀ ਇਸਤਰੀ, ਇਹ ਸਕੀਆਂ ਮਾਵਾਂ ਦੇ ਨਾਲੋਂ ਵੀ ਵੱਧ ਹੋਣੀਆਂ ਨੇ। ਤੇ ਤੂੰ ਆਪਣੀ ਮਾਂ ਦੇ ਨਾਲ ਵੀ ਵਿਚਾਰ ਕਰਕੇ ਪੁੱਤਰ ਪੈਦਾ ਕੀਤਾ, ਜਾ ਤੇਰਾ ਤੇਜ ਪ੍ਰਤਾਪ ਨਸ਼ਟ ਹੋ ਜਾਏਗਾ, ਤੈਨੂੰ ਵਧਣ ਤੇ ਘਟਣ ਤੇ ਖਈ ਰੋਗ ਦੀ ਬਿਮਾਰੀ ਲੱਗੀ ਰਹੇਗੀ। ਤੋ ਇੰਜੇ ਸਰਾਪਿਆ ਗਿਆ। ਭਗਤ ਲੋਚਨ ਜੀ ਉਦਾਹਰਨ ਦੇ ਰਹੇ ਨੇ ਕਿ ਇਹ ਜਿਹੜਾ ਚੰਦਰਮਾ ਹੈ, ਸੰਕਰਾ ਮਸਤਕ ਬਸਤਾ ਸੁਸਰੀ ਇਸਨਾਨ ਰੇ, ਕੁਲ ਜਨ ਮਧੇ ਮਿਲਿਓ ਸਾਲਗ ਪਾਣ ਰੇ, ਕਰਮ ਕਰ ਕਲੰਕ ਮਫੀ ਟਸਰੀ ਰੀ। ਹੈ ਭਗਤਨੀਏ, ਚੰਦਰਮਾ ਦੀ ਪ੍ਰਾਰਬਧ ਇਸ ਤਰ੍ਹਾਂ ਦੀ ਬਣ ਗਈ, ਰੱਬ ਵੱਲੋਂ ਮਾੜਾ ਕਰਮ ਉਹਦਾ ਅੱਗੇ ਆ ਗਿਆ, ਉਹਨੂੰ ਅੱਜ ਤੱਕ ਕੋਈ ਮੇਟ ਨਹੀਂ ਸਕਿਆ। ਤਾਂ ਭਗਤੀ ਨੇ ਅਰਜ਼ ਕੀਤੀ, ਹੈ ਸਵਾਮੀ ਜੀ, ਜਿਸ ਪ੍ਰਕਾਰ ਚੰਦਰਮਾ ਨੇ ਆਪਣੇ ਕੀਤੇ ਕਰਮ ਦਾ ਫਲ ਭੋਗਿਆ, ਇਸ ਤਰ੍ਹਾਂ ਹੋਰ ਵੀ ਕਿਸੇ ਨੂੰ ਭੋਗਿਆ ਜਾਂ ਨਹੀਂ। ਤਾਂ ਭਗਤ ਜੀ ਕਹਿਣ ਲੱਗੇ ਹੋਰ ਸੋਣਾ। ਸੋ ਅੱਗੇ ਕਥਾ ਆਪ ਸਰਵਣ ਕਰੋ। ਇੱਕ ਵਾਰ ਰਸਨਾ ਦੀ ਪਵਿੱਤਰਤਾ ਲਈ ਮੇਰੇ ਕੰਨਾਂ ਵਿੱਚ ਆਵਾਜ਼ ਪਾਓ, ਗੱਜ ਕੇ ਕਹਿ ਦਿਓ ਸਤਿਨਾਮ ਸ੍ਰੀ ਵਾਹਿਗੁਰੂ ਜੀ। ਦੀਪ ਸੁਆਮੀ, ਇਸ ਨਾਮ ਹੈ ਸੰਸਾਰ ਦਾ, ਦੀਪਕ ਨਾਮ ਹੈ ਦੀਵੇ ਦਾ। ਜੋ ਸੰਸਾਰ ਦਾ ਦੀਵਾ ਭਾਵ ਸੰਸਾਰ ਨੂੰ ਚਾਨਣ ਦੇਣ ਵਾਲਾ ਸੂਰਜ ਦੇਵਤਾ ਹੈ, ਉਹ ਉਸ ਅਰਮ ਦਾ ਸੁਆਮੀ ਮਾਲਕ ਹੈ। ਤਾਚੇਰੇ ਸੁਆਮੀ, ਉਸ ਸੂਰਜ ਦੇ ਅਗਮਾਨੀ ਦੇਵਤੇ ਦੇ ਰਾਤ ਨੂੰ ਚਲਾਉਣ ਵਾਲਾ ਸੂਰਜ ਦੇਵਤੇ ਦਾ ਸਵੈ ਰਥਵਾਹੀ ਅਰੁਣ ਹੈ।
ਪੰਖੀ ਰੜ ਪੰਛੀਆਂ ਦਾ ਰਾਜਾ ਜੋ ਵਿਸ਼ਨੂੰ ਭਗਵਾਨ ਜੀ ਦਾ ਵਾਹਨ ਗਰੁੜ ਹੈ। ਤਾਚੇ ਬਾਦਵਾ ਉਹ ਉਸ ਦਾ ਸੰਬੰਧੀ ਪਾ ਵੱਡਾ ਭਰਾ ਹੈ। ਗਰੁੜ ਅਤੇ ਅਰੁਣ ਦੋਨੋਂ ਸਗੇ ਭਰਾ ਨੇ ਜੋ ਪਿਤਾ ਕਸ਼ਯਪ ਰਿਸ਼ੀ ਤੇ ਮਾਤਾ ਮਿੰਤਾ ਤੋਂ ਪੈਦਾ ਹੋਏ, ਪਰੰਤੂ ਕਰਮ ਕਾਰ ਅਰੁਣ ਪਿੰਗੁਲਾਰੇ ਮੇਰੀ ਇਸਤਰੀ ਐਸੇ ਬਲਵਾਨ ਸਹਾਇਕਾਂ ਵਾਲੇ ਅਰੁਣ ਨੇ ਪਿਛਲੇ ਜਨਮ ਦੇ ਵਿੱਚ ਬਾਲਕ ਅਵਸਥਾ ਵਿੱਚ ਟਿੱਡੀ ਦੀਆਂ ਲੱਤਾਂ ਤੋੜਨ ਵਾਲਾ ਐਸਾ ਪਾਪ ਕਰਮ ਕੀਤਾ ਜਿਸ ਕਾਰਨ ਅਰੁਣ ਲੋਲਾ ਪਿੰਗਲਾ ਰਿਹਾ, ਭਾਵ ਲੱਤਾਂ ਤੋਂ ਬਗੈਰ ਹੀ ਰਿਹਾ। ਅਰਥਾਤ ਅਰੁਣ ਨੇ ਤਰੀਕੇ ਨਾਲ ਰੱਥ ਚਲਾਉਂਦਿਆਂ ਅਨੇਕਾਂ ਵਾਰ ਸੂਰਜ ਦੀ ਅਭਿਮਾਨੀ ਦੇਵਤੇ ਨੂੰ ਪ੍ਰਸੰਨ ਕਰਕੇ ਆਪਣੇ ਪਿੰਗਲਪੁਣੇ ਨੂੰ ਦੂਰ ਕਰਨ ਵਾਸਤੇ ਬੇਨਤੀ ਕੀਤੀ, ਪਰ ਸੂਰਜ ਦੇਵਤੇ ਨੇ ਜਵਾਬ ਦੇ ਦਿੱਤਾ ਕਿ ਜੋ ਕਰਮ ਪ੍ਰਾਰਬਧ ਕੋਟੀ ਵਿੱਚ ਆ ਗਿਆ ਉਹਨੂੰ ਮੈਂ ਮਿਟਾ ਨਹੀਂ ਸਕਾਂਗਾ। ਇਸੇ ਤਰ੍ਹਾਂ ਅਰੁਣ ਦੇ ਭਰਾ ਗਰੁੜ ਨੇ ਵੀ ਵਿਸ਼ਨੂੰ ਜੀ ਨੂੰ ਪ੍ਰਸੰਨ ਕਰਨ ਵਾਸਤੇ ਬੇਨਤੀ ਕੀਤੀ ਕਿ ਮਹਾਰਾਜ ਜੀ ਆਪ ਦਇਆ ਦ੍ਰਿਸ਼ਟੀ ਕਰਕੇ ਮੇਰੇ ਵੱਡੇ ਭਰਾ ਅਰੁਣ ਦਾ ਪਿੰਗਲਾਪਣ ਦੂਰ ਕਰ ਦਿਓ। ਤਾਂ ਵਿਸ਼ਨੂੰ ਨੇ ਵੀ ਜਵਾਬ ਦੇ ਦਿੱਤਾ ਕਿ ਕਰਮ ਦਾ ਤੈਨੂੰ ਭੋਗਣਾ ਹੀ ਪਵੇਗਾ। ਕਿਉਂ ਹੈ ਭਗਤਨੀ ਜੀ, ਪ੍ਰਾਰਬਧ ਕਰਮ ਦਾ ਫਲ ਜ਼ਰੂਰ ਭੋਗਣਾ ਪੈਂਦਾ ਹੈ। ਇਸ ਤਰ੍ਹਾਂ ਭਗਤ ਜੀ ਦੇ ਵਚਨ ਸੁਣ ਕੇ ਭਗਤਨੀ ਜੀ ਨੇ ਬੇਨਤੀ ਕੀਤੀ ਕਿ ਸਵਾਮੀ ਜੀ ਅਰੁਣ ਨੇ ਟਿੱਡੀ ਦੀਆਂ ਲੱਤਾਂ ਕਿਸ ਕਾਰਨ ਕਰਕੇ ਤੋੜੀਆਂ? ਤਾਂ ਭਗਤ ਜੀ ਕਹਿਣ ਲੱਗੇ ਸੁਣ, ਕਿਉਂਕਿ ਸਾਧ ਸੰਗਤ ਜੀਓ ਜਿੰਨਾ ਚਿਰ ਹੁਣ ਆਪਾਂ ਸਾਖੀ ਪੜਾਂਗੇ ਨਹੀਂ, ਸੁਣਾਂਗੇ ਨਹੀਂ, ਵਿਚਾਰਾਂਗੇ ਨਹੀਂ, ਤਾਂ ਪੰਕਤੀ ਦਾ ਭਾਵ ਅਰਥ ਸਪਸ਼ਟ ਨਹੀਂ ਹੋਏਗਾ ਕਿ ਅਰੁਣ ਕੌਣ ਸੀਗਾ, ਅਰੁਣ ਨੇ ਕਿਵੇਂ ਇਹ ਕਰਮ ਕੀਤਾ, ਕਿਸ ਤਰ੍ਹਾਂ ਉਹਨੂੰ ਫਲ ਭੋਗਣਾ ਪਿਆ। ਸਾਖੀ ਤੋਂ ਭਾਵ ਸਪਸ਼ਟ ਹੋਏਗਾ ਕਿਉਂਕਿ ਬਾਣੀ ਦੇ ਵਿੱਚ ਅਰੁਣ ਅੱਖਰ ਆਇਆ, ਇਸ ਲਈ ਸਾਖੀ ਵਿਚਾਰਨ ਯੋਗ ਹੈ। ਉਂਝ ਬਹੁਤਾ ਲੰਮਾ ਚੌੜਾ ਆਪਾਂ ਭਾਵ ਨਹੀਂ ਲੈਣਾ, ਬਾਣੀ ਦੀ ਸਿੱਖਿਆ ਦਾ ਨਾਮ ਜਪਣ ਦੀ ਹੋਈ ਹੈ। ਬਾਕੀ ਇਹ ਨਾਮ ਭਗਤ ਜੀ ਨੇ ਦਰਜ ਕੀਤੇ ਨੇ, ਇਹਨਾਂ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ ਕਿਉਂਕਿ ਭਗਤਮਾਲ ਗ੍ਰੰਥ ਨੂੰ ਵੀ ਪੜ੍ਹਨਾ ਪੈਂਦਾ, ਹੋਰ ਸਾਖੀਆਂ ਵੀ ਵਿਚਾਰਨੀਆਂ ਪੈਂਦੀਆਂ ਨੇ। ਇਸ ਲਈ ਆਪ ਬੁਰਾ ਨਾ ਮਨਾਇਓ। ਇੱਕ ਵਾਰ ਰਸਨਾ ਦੀ ਪਵਿੱਤਰਤਾ ਲਈ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੌਲੀ ਹੌਲੀ ਕਰਦਿਆਂ ਪਿਆਰ ਸਤਿਕਾਰ ਸੇ ਸਾਖੀ ਸਰਵਣ ਕਰੋ। ਅਰੁਣ ਦੀ ਪਿਛਲੇ ਜਨਮ ਦੇ ਵਿੱਚ ਅਰੁਣ ਮਨੁੱਖਾ ਜਨਮ ਦੇ ਵਿੱਚ ਸੀਗਾ ਜੋ ਗ੍ਰੰਥਾਂ 'ਚ ਲਿਖਿਆ ਹੋਇਆ। ਹੁਣ ਸਾਨੂੰ ਵੀ ਪਤਾ ਵੀ ਕੌਣ ਸੀਗਾ। ਅਸੀਂ ਲੋਕ ਜਿਹੜੇ ਬੁਲਾਰੇ ਹੁੰਦੇ ਆ ਲਿਖੇ ਹੀ ਪੜ੍ਹ ਕੇ ਸੁਣਾਉਂਦੇ ਆ, ਕੋਈ ਅੰਤਰਜਾਮੀ ਹੀ ਹੁੰਦੇ, ਜੋ ਕੁਝ ਲਿਖਿਆ ਪੜ੍ਹੀ ਦਾ ਉਸੇ ਤਰ੍ਹਾਂ ਤੁਹਾਨੂੰ ਸੁਣਾਈਦਾ। ਇਹ ਰੱਬ ਜਾਣਦਾ। ਇਹ ਬਚਪਨ ਦੇ ਵਿੱਚ ਚੰਚਲਤਾਈ ਵਾਲੇ ਸੁਭਾਅ ਵਾਲਾ ਸੀਗਾ। ਕੋਈ ਚੰਚਲਤਾਈ ਵਾਲੇ ਸੁਭਾਅ ਅਨੁਸਾਰ ਹੀ ਇਹਨੇ ਅੱਗ 'ਤੇ ਬੈਠਣ ਵਾਲੇ ਦੇ ਟਿੱਡੇ ਦੀਆਂ ਲੱਤਾਂ ਤੋੜ ਦਿੱਤੀਆਂ ਸਨ। ਜੋ ਕੁਝ ਲਿਖਿਆ ਹੈ ਉਹ ਕੀਤਾ ਹੋਇਆ ਕਰਮ ਇਹਦਾ ਪ੍ਰਾਰਬਧ ਕੋਟੀ ਦੇ ਵਿੱਚ ਆ ਗਿਆ, ਜਿਸ ਕਰਕੇ ਪਿੰਗਲਾ ਹੋਇਆ। ਇੱਕ ਸਮੇਂ ਇਹਦੀ ਮਾਤਾ ਮਿੰਤਾ ਨੇ ਸੰਤਾਨ ਦੀ ਪੈਦਾਇਸ਼ ਲਈ ਆਪਣੇ ਪਤੀ ਕਸ਼ਯਪ ਰਿਸ਼ੀ ਦੇ ਕੋਲ ਜਾ ਕੇ ਬੇਨਤੀ ਕੀਤੀ ਕਿ ਆਪ ਜੀ ਮਿਹਰ ਕਰੋ, ਜਿਸ ਦੇ ਘਰ 'ਚ ਸੰਤਾਨ ਪੈਦਾ ਹੋ ਜਾਏ। ਤਾਂ ਕਸ਼ਯਪ ਰਿਸ਼ੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਕਿ ਤੇਰੇ ਘਰ 'ਚ 2 ਬੱਚੇ ਹੋਣਗੇ। ਕੁਝ ਸਮੇਂ ਬਾਅਦ ਰਿਸ਼ੀ ਦੇ ਘਰ ਤੋਂ ਮਿੰਤਾ ਦੇ ਉਦਰ ਤੋਂ ਕਹਿੰਦੇ ਵੀ 2 ਆਂਡੇ ਨਿਕਲੇ। ਤਾਂ ਕਸ਼ਯਪ ਰਿਸ਼ੀ ਜੀ ਕਹਿਣ ਲੱਗੇ ਕਿ ਭਗਵਾਨ ਨੇ ਇਹਨਾਂ ਦੋਨਾਂ ਅੰਡਿਆਂ ਨੂੰ 1000 ਵਰਸ ਤੋਂ ਪਹਿਲਾਂ ਨਹੀਂ ਤੋੜਨਾ। ਇਹ ਸਭ ਕੁਝ ਲਿਖਿਆ ਹੋਇਆ ਹੈ। ਤੇ ਐਸੀ ਜਗ੍ਹਾ ਸੰਭਾਲ ਕੇ ਰੱਖੀ ਜਿੱਥੇ ਟੁੱਟਣ ਦਾ। ਉਸ ਵਕਤ ਸਤਿਯੁਗ ਦਾ ਸਮਾਂ ਸੀਗਾ ਤੇ ਲੱਖ ਲੱਖ ਵਰ੍ਹਿਆਂ ਦੀ ਬੰਦੇ ਦੀ ਉਮਰ ਹੁੰਦੀ ਸੀਗੀ। ਇਹ ਵੀ ਲਿਖਿਆ ਹੋਇਆ।
500 ਸਾਲ ਅੰਡੇ ਰੱਖਿਆ ਬਤੀਤ ਹੋ ਗਏ। ਕਹਿੰਦੀ ਮਾਤਾ ਵਿਣਤਾ ਦੇ ਅੰਦਰ ਮੋਹ ਜਾਗ ਪਿਆ ਤੇ ਵਿਚਾਰਿਆ ਕਿ ਸਮਾਂ ਬਹੁਤ ਹੋ ਗਿਆ ਤੇ ਤੇਰੇ ਬੱਚੇ ਵਿੱਚ ਕੋਈ ਮਾਰੀ ਨਾ ਜਾਣ, ਇਹਨਾਂ ਨੂੰ ਵੇਖਾਂ ਤਾਂ ਸਹੀ। ਕਿਉਂ ਸੋਚਦਿਆਂ ਨੇ ਕੰਡਾ ਤੋੜਿਆ ਤਾਂ ਕੀ ਵੇਖਿਆ ਕਿ ਲੱਕ ਤੱਕ ਉੱਪਰਲਾ ਹਿੱਸਾ ਸਰੀਰ ਦਾ ਸਾਰਾ ਬਣਿਆ ਹੋਇਆ, ਪਰ ਜੇ ਲੱਤਾਂ ਨਹੀਂ ਬਣੀਆਂ ਬਾਕੀ ਦੇ ਹੇਠਲੇ ਅੰਗ ਜੇ ਬਣਨੇ ਬਾਕੀ ਨੇ। ਹਰ ਨੇ ਆਪਣੀ ਮਾਂ ਨੂੰ ਕਿਹਾ ਵੀ ਮਾਤਾ ਤੂੰ ਚੰਗਾ ਨਹੀਂ ਕੀਤਾ, ਤੂੰ ਮੋਹ ਦੇ ਵਿੱਚ ਮੇਰੇ ਸਰੀਰ ਨੂੰ ਭੰਗ ਕਰ ਦਿੱਤਾ, ਮੈਨੂੰ 500 ਸਾਲ ਪਹਿਲਾਂ ਹੀ ਤੂੰ ਤੋੜ ਕੇ ਕੱਢ ਲਿਆ, ਅੱਧਾ ਸਰੀਰ ਅਜੇ ਮੇਰਾ ਬਾਕੀ ਹੈ। ਇਹ ਬਚਨ ਸੁਣ ਕੇ ਉਹ ਵਿਚਾਰੀ ਬੜੀ ਘਬਰਾਈ ਤੇ ਆਪਣੇ ਸਵਾਮੀ ਕੱਛਪ ਰਿਸ਼ੀ ਦੇ ਕੋਲ ਜਾ ਕੇ ਬੇਨਤੀ ਕਰਨ ਲੱਗੀ ਕਿ ਹੇ ਸਵਾਮੀ ਜੀ, ਮੈਂ ਆਪ ਦੇ ਬਚਨਾਂ ਦੀ ਉਲੰਘਣਾ ਕਰਨ ਕਰਕੇ ਅਜੇ ਇੱਕੋ ਅੰਡਾ ਤੋੜਿਆ ਤੇ ਉਹਦੇ ਚੋਂ ਅਗਲਾ ਬੱਚਾ ਨਿਕਲਿਆ। ਇਹ ਸੁਣ ਕੇ ਰਿਸ਼ੀ ਨੇ ਕਿਹਾ ਵੀ ਹੁਣ ਕੁਝ ਹੋ ਨਹੀਂ ਸਕਦਾ, ਉਹਦਾ ਜਨਮ ਹੋ ਗਿਆ, ਇਹ ਸਭ ਕਰਮਾਂ ਦੇ ਵੱਸ ਹੈ, ਹੁਣ ਦੇ ਪਿੰਗਲਾ ਹੀ ਰਹੇਗਾ, ਹੁਣ ਚਿੰਤਾ ਨਾ ਕਰ, ਪਰ ਦੂਜੇ ਦੀ ਸੰਭਾਲ ਰੱਖੀ, 1000 ਸਾਲ ਤੋਂ ਪਹਿਲਾਂ ਤੋੜਨ ਦੀ ਗਲਤੀ ਨਾ ਕਰੀ। ਰਿਸ਼ੀ ਜੀ ਦੇ ਬਚਨ ਮੰਨ ਕੇ ਜਦ 1000 ਸਾਲ ਪੂਰੇ ਹੋ ਗਏ ਤੇ ਦੂਜਾ ਅੰਡਾ ਨੇ ਤੋੜਿਆ, ਉਹਦੇ ਚੋਂ ਪੂਰੇ ਅੰਗਾਂ ਦੇ ਸਮੇਤ ਗਰੜ ਨਾਮੇ ਪੁੱਤਰ ਪੈਦਾ ਹੋਇਆ। ਉਸ ਗਰੜ ਨੇ ਵਿਸ਼ਨੂੰ ਜੀ ਦੇ ਚਰਨਾਂ 'ਚ ਪਿੰਗਲੇ ਪਨ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਵਿਸ਼ਨੂੰ ਜੀ ਨੂੰ ਪ੍ਰਸੰਨ ਕਰਨ ਦੇ ਯਤਨ ਕੀਤੇ, ਪਰ ਅਰੁਣ ਪਿੰਗਲੇ ਦਾ ਪਿੰਗਲਾ ਰਿਹਾ। ਬਾਣੀ ਵਿੱਚ ਲਿਖਿਆ ਪਿਆ ਕਿਰਤ ਕਮਾਵਣਾ ਕੋਈ ਨਾ ਵੇਟਣ ਹਾਰ। ਜਿਹੜੇ ਕਿਰਤ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ, ਇਸ ਕਰਕੇ ਪ੍ਰਾਰਬਧ ਕਰਮਾਂ ਦਾ ਫਲ ਅਮਿਟ ਹੈ। ਇਹ ਉਹ ਇਹ ਗੱਲ ਚੇਤੇ ਕਰ ਲੈ ਕਿ ਕਰਮਾਂ ਦਾ ਫਲ ਸਭ ਨੂੰ ਭੋਗਣਾ ਪੈਂਦਾ। ਭਗਤ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਭਗਤਨੀ ਨੂੰ ਕੁਝ ਧੀਰਜ ਆ ਗਈ, ਪਰ ਫਿਰ ਦੁਬਾਰਾ ਬੇਨਤੀ ਕਰਨ ਲੱਗੀ ਹੇ ਸਵਾਮੀ ਜੀ, ਹੋਰ ਵੀ ਜਿਹੜੇ ਕਰਮਾਂ ਦਾ ਫਲ ਭੋਗਿਆ ਉਹਦੀ ਵੀ ਕਥਾ ਸੁਣਾਓ। ਤਾਂ ਭਗਤ ਜੀ ਕਹਿਣ ਲੱਗੇ ਸੁਣ। ਆਨਕ ਆਤਕ ਹਰਤਾ, ਅਨੇਕਾਂ ਲੋਕਾਂ ਦੇ ਪਾਪ ਕਰਮਾਂ ਨੂੰ ਨਾਸ਼ ਕਰਨ ਵਾਲਾ ਮੰਨਿਆ ਹੈ। ਤ੍ਰਿਪਨ ਨਾਰੀ, ਇਹ ਮੇਰੀ ਇਸਤਰੀ ਹੈ ਜੋ ਸ਼ਿਵ ਜੀ ਅਨੇਕਾਂ ਲੋਕਾਂ ਦੇ ਪਾਪ ਕਰਮਾਂ ਨੂੰ ਨਾਸ਼ ਕਰਨ ਵਾਲਾ ਮੰਨਿਆ ਤੇ ਆਪਣੇ ਆਪ ਨੂੰ ਤਿੰਨਾਂ ਭਵਨਾਂ ਦਾ ਸਵਾਮੀ ਕਹਾਉਂਦਾ ਹੈ। ਭਾਵ ਨਾਥਾਂ ਦਾ ਵੀ ਨਾਥ ਕਹਾਉਂਦਾ ਹੈ। ਆ ਜਿੰਨੇ ਕੰਨ ਪਾਟੇ ਜੋਗੀ ਨੇ, ਨਾਥ ਨੇ, ਸਿੱਧ ਪੀਰ ਨੇ, ਸਭ ਸ਼ਿਵ ਜੀ ਦੇ ਚੇਲੇ ਨੇ। ਨਾਥਾ ਨਾਥ ਸਦਾਈ ਦਾ ਹੋਏ ਅਨਾਥ ਨ ਹਰਨ ਮਾਣ। ਜਦ ਬ੍ਰਹਮਾ ਨੇ ਆਪਣੀ ਪੁੱਤਰੀ ਦੇ ਸੁੰਦਰ ਰੂਪ ਨੂੰ ਵੇਖ ਕੇ ਉਹਦੇ ਵੱਲ ਪੰਜਵਾਂ ਸਿਰ ਲਾ ਲਿਆ ਸੀਗਾ, ਹੋਇਆ ਇੰਝ ਕਹਿੰਦਾ ਵੀ ਕਥਾ ਸੁਣਾਓ। ਤਾਈਓ ਕਹੀਦਾ ਵੀ ਗੁਰਦੁਆਰੇ ਆਓ ਤੇ ਕਥਾ ਸੁਣੋ ਬਾਣੀ ਦੀ। ਸਭ ਤੋਂ ਉੱਤਮ ਹਰ ਕੀ ਕਥਾ, ਸਭ ਤੋਂ ਉੱਤਮ ਵਾਹਿਗੁਰੂ ਦੀ ਕਥਾ ਜੇ। ਬਾਕੀ ਰਸ ਰੁਸ ਨਹੀਂ ਕਿਸੇ 'ਚ ਹੈ। ਉਹਦੀ ਵਿਚਾਰਨ ਵਾਲੀਆਂ ਗੱਲਾਂ ਜਿਸ ਤਰ੍ਹਾਂ ਮਰਜ਼ੀ ਵਿਚਾਰੀ ਜਾਈਏ, ਪਰ ਨਾਮ ਦੀ ਕਥਾ ਜਿਹੜਾ ਰਸ ਤੇ ਆਨੰਦ ਹੈ ਉਹ ਕੁਛ ਅਲੱਗ ਹੀ ਹੈ। ਫਰੀਦ ਬਾਬੇ ਨੂੰ ਪੁੱਛੋ, ਫਰੀਦਾ ਸ਼ੱਕਰ ਖੰਡ ਨਿਵਾਦ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਭੁਜਨ ਤੋਂ। ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਪਾਸ ਬੈਠ ਕੇ ਹੀ ਆਪਾਂ ਨੇ ਇੱਕ ਦੂਜੇ ਦੇ ਨਾਲ ਬਾਣੀ ਦੀ ਕਥਾ ਵਿਚਾਰਨੀ ਹੈ। ਹੋਰ ਕਿਸੇ ਬਾਬੇ ਦੇ ਕੋਲ ਭੁੱਲ ਕੇ ਵੀ ਨਹੀਂ ਜਾਣਾ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਨਾ, ਕੱਲਾ ਬਾਬਾ ਕਹਿੰਦਾ ਵੀ ਆਓ ਮੈਂ ਤੁਹਾਨੂੰ ਕਹਾਣੀ ਸੁਣਾਵਾਂ, ਸਾਖੀ ਸੁਣਾਵਾਂ, ਸਟੋਰੀ, ਮੈਂ ਤੁਹਾਨੂੰ ਕਥਾ, ਬਿਲਕੁਲ ਨਹੀਂ ਮੱਥਾ ਟੇਕ। ਆਖਿਆ ਬਾਬਾ ਤੂੰ ਰਾਜੀ ਰਹੋ, ਆਪਾਂ ਤਾਂ ਗੁਰਦੁਆਰੇ ਜਾਵਾਂਗੇ। ਸਾਧ ਸੰਗਤ ਦੇ ਵਿੱਚ ਬੈਠ ਕੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਟਕਸਾਲੀ ਮਹਾਂਪੁਰਖਾਂ ਦੀ ਮਰਿਆਦਾ ਰਹੀ ਹੈ। ਜੇ ਕੋਈ ਕਹਿੰਦਾ ਵੀ ਨਾ ਤਾਂ ਮਾਫੀ ਮੰਗ ਲੈਂਦੇ ਹੋ ਵੀ ਸਾਨੂੰ ਕੁਛ ਨਹੀਂ ਆਉਂਦਾ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਚੰਦੋਏ ਦੇ ਨੀਚੇ
कथा विचार करते आप महाराज की हजूरी जी गुरप्रताप की भी करते रहे। कई प्रेमी तर्क करते उन्होंने को माफ़ी मंग लैनी। उन्हें कहना बाबा तू महाराज की हजूरी च होर पोथी लैके बैठा होया। पर वो पोथी कवि संतोख सिंह जी की बड़ी उत्तम है कविता, गुरुओं की वो महिमा है तो गुरु जी के उपर श्रद्धा बढ़ती है, इसलिए वह कोई हर्ज नहीं गा महाराज की हजूरी च प्रकाश करना। बाकी बाणी की कथा तो गुरु साहब की हजूरी में ही सब तो उत्तम है। वखरे बंदे के मन के हंकार है, पता नहीं मैं समझा रहा, वो गुरु की भावना रहती भी गुरु की हजूरी च बैठे हैं, सच्चे पातशाह की संगत। कथा कही सुनाओ 16 श्रृंगार की। जो कथा सुनाई सुनाने वाले भी हो जे, सुनने वाले भी हो जे। मुड़ के कहता करके दिखाए और सगी धी राणी सुरस्ती यानी पिता जी आगे दियो मैं करके दिखाऊंगी हाँ। कहता करके दिखा 16 श्रृंगार जब करके दिखाए तो फिर मन स्थिर ना दिया। उन्हें बेचारी ने अपने बचा ली सज्जे पासे होना किया, सगे प्यो की निगाह तो बचन ली उन्हें सज्जे पासे मुँह ला लिया, फिर खब्बे पासे हुई उन्हें खब्बे पासे मुँह ला लिया। वो बेचारी मगरले पासे गई उन्हें धौण वाले पासे मुँह ला लिया। वो बेचारी अपने बेचारी तान उड़ी उन्हें कहते थालू च मुँह ला लिया। शिव जी ने आया गुस्सा भी चंगा है बंदा, उन्हें फड़िया त्रिशूल से भगा मार के उन्हें सिर ला लिया जोड़ा उपर लगा सी पंजवां सिर। ਉਹਦੇ ਹੱਥ ਨੂੰ ਕਹਿੰਦੇ ਕਪਾਲੀ ਕਰ ਗਈ ਰੋਹ ਵਿਚਾਰ। ਕਪਾਲ ਮੋਚਨ ਤੀਰਥ ਹੈ, ਹਿੰਦੂ ਲੋਕ ਇਹਨੂੰ ਮੰਨਦੇ ਨੇ। ਆਪਣਾ ਸਾਖੀ ਨਾਲ ਬਹੁਤਾ ਜ਼ਿਆਦਾ ਲੰਬਾ ਸੰਬੰਧ ਨਹੀਂ ਹੈ ਤੇ ਥੋੜ੍ਹੇ ਹੀ ਸ਼ਬਦਾਂ 'ਚ ਮੈਂ ਗੱਲ ਨਿਬੇੜੀ ਹੈ। ਜਦ ਸ਼ਿਵ ਜੀ ਨੇ ਪੰਜਵਾਂ ਸਿਰ ਕੱਟਿਆ ਤਾਂ ਉਹਦੇ ਹੱਥਾਂ ਨੂੰ ਉਹਦਾ ਕਪਾਲ ਲੱਗ ਗਿਆ। ਕਪਾਲ ਕਹਿੰਦੇ ਨੇ ਖੋਪਰੀ ਨੂੰ, ਤੇ ਕਪਾਲੀ ਦੀ ਹੱਤਿਆ ਲਾਉਣ ਵਾਸਤੇ ਜਿਹੜਾ ਸ਼ਿਵ ਜੀ ਸੀਗਾ ਭ੍ਰਮਤਾ ਤੀਰਥਾਂ ਯਾਨੀ 68 ਤੀਰਥਾਂ ਦੇ ਭਰਮ ਦਾ ਧੱਕੇ ਖਾਂਦਾ ਵਿਚਾਰਾ ਫਿਰਦਾ ਬੁਲਾਉਂਦਾ। ਬੜੀਆਂ ਜਗ੍ਹਾ ਤੇ ਗਿਆ ਪਰ ਬ੍ਰਹਮ ਹੱਤਿਆ ਦਾ ਦੋਸ਼ ਲੱਗਣ ਦੇ ਕਰਕੇ ਉਹਦੇ ਹੱਥ ਨੂੰ ਕਪਾਲੀ ਲੱਗੀ ਰਹੀ, ਉਤਰੀ ਨਹੀਂ। ਇਹ ਇਸਤਰੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਮਾਰਿਆ ਤਾਂ ਤਰਸ਼ੂਲ ਤੇ ਹੱਥ ਨੂੰ ਕਿਵੇਂ ਲੱਗ ਗਈ, ਇਹਦਾ ਕੋਈ ਉੱਤਰ ਨਹੀਂ ਹੈ। ਕਈ ਕਹਿੰਦੇ ਵੀ ਧੱਫਾ ਮਾਰਿਆ, ਜੇ ਧੱਫਾ ਮਾਰਿਆ ਤਾਂ ਫਿਰ ਧੱਫੇ ਨਾਲ ਸਿਰ ਕਿਵੇਂ ਉਤਰ ਸਕਦਾ ਸੀਗਾ। ਚਲੋ ਬੜੀ ਹੈ ਉਤਾਰ ਦਿੱਤਾ ਹੋਊਗਾ ਕਿਉਂਕਿ ਉਹ ਮੌਤ ਦਾ ਹੀ ਦੇਵਤਾ। ਇਹਨਾਂ ਗੱਲਾਂ ਦਾ ਕੋਈ ਉੱਤਰ ਨਹੀਂ ਜੋ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ। ਕਰਮ ਫਿਟ ਸਾਰੀ ਇਹ ਇਸਤਰੀ ਹੈ, ਉਹ ਸ਼ਿਵ ਜੀ ਨੇ ਅਜਿਹਾ ਕਰਮ ਕੀਤਾ ਜਿਸ ਕਰਕੇ ਉਹਦੇ ਹੱਥ ਦੇ ਕਪਾਲ ਨੇ ਰੂਪ ਕਲੰਕ ਅਮੀਰ ਰਿਹਾ। ਪਾਓ ਕਪਾਲੀ ਕਪਾਲ ਮੋਚਨ ਤੀਰਥ ਤੇ ਉਤਰੀ, ਪਰੰਤੂ ਉਸ ਦਾ ਹੱਥ ਦੇ ਕਪਾਲੀ ਦਾ ਚਿੰਨ੍ਹ ਰਿਹਾ, ਜਿਸ ਕਰਕੇ ਸ਼ਿਵ ਜੀ ਦਾ ਨਾਮ ਕਪਾਲੀ ਹੀ ਰਿਹਾ। ਅਤੇ ਮੁੰਡੀਆਂ ਦੀ ਮਾਲਾ ਗਲ ਦੇ ਵਿੱਚ ਅਤੇ ਹੱਥਾਂ ਵਿੱਚ ਵੀ ਮਨੁੱਖ ਦੀ ਖੋਪਰੀ ਖੱਪਰ ਦੀ ਥਾਂ ਰਹਿੰਦੀ ਹੈ। ਕਈ ਪਾਠ ਆਪਾਂ ਤਾਂ ਕਰਦੇ ਮਫੀਟਸ ਦੀ, ਜਿਸ ਤਰ੍ਹਾਂ ਸਿੰਘ ਨੇ ਕੀਤਾ ਸੰਪਰਦਾਈ ਪਾਠ ਹੈ, ਪਰ ਕਈ ਗੁਰਮੁਖ ਪਿਆਰੇ ਮਫੀਟ ਸਿਰੀ ਕਰਦੇ ਨੇ ਜੋ ਵੈਸੇ ਸ਼ੁੱਧ ਨਹੀਂ ਹੈ। ਸ਼ੁੱਧ ਪਾਠ ਮਫੀਟਸ ਰੀ ਹੀ ਹੈ। ਇੰਨੀ ਗੱਲ ਸੁਣ ਕੇ ਭਗਤ ਜੀ ਕਹਿਣ ਲੱਗੀ ਵੀ ਸਵਾਮੀ ਜੀ ਕੁਝ ਹੋਰ ਸਰਵਣ ਕਰਾਓ ਕਰਮਾਂ ਬਾਰੇ ਕਿ ਜੋ ਜਿਹੜੇ ਕਰਮ ਹਨ ਉਹ ਹੋਰ ਵੀ ਕਈਆਂ ਨੇ ਐਸੇ ਕੀਤੇ। ਤੇ ਕਹਿੰਦੇ ਸੁਣ ਇਹ ਇਸਤਰੀ ਅੰਮ੍ਰਿਤ ਨ ਲక్ష్ਮੀ। ਇਸ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਤੇ ਸਸੀ ਚੰਦਰਮਾ, ਤੀਨ ਕਾਮ ਤੀਨ ਗਾ ਤੇ ਲక్ష్ਮੀ ਵਿਸ਼ਨੂੰ ਭਗਵਾਨ ਦੀ ਪਤਨੀ ਜੋ ਲక్ష్ਮੀ ਮੰਨੀ ਗਈ ਹੈ। ਕਲ
ਸਿਖਰ ਸੁਨਾਗਰ ਨਦੀ ਚਿਨਾਥੰ। ਕਲਪਤਰ ਰਖੀਆਂ ਦੀ ਕਾਮਨਾ ਪੂਰੀ ਕਰਨ ਵਾਲਾ ਕਲਪਤਰ ਬ੍ਰਿਕਸ਼, ਸਿਖਰ ਉੱਚ ਸਰਵਰ ਜਾਂ ਸਤਿਗੁਰਾਂ ਵਾਲਾ ਘੋੜਾ ਜੋ ਸੂਰਜ ਦੇ ਅਭਾਨੀ ਦੇਵਤੇ ਨੂੰ ਜੋੜਿਆ ਹੋਇਆ ਹੈ। ਸੁਨਾਗਰ ਬੜਾ ਸਿਆਣਾ ਧਨੰਤਰ ਵੈ ਜਾਂ ਸੁਨਾਗਰ ਐਰਾਵਤ ਹਾਥੀ ਜੋ ਇੰਦਰ ਦੇਵਤੇ ਦਾ ਸਵਾਰੀ ਕਰਨ ਵਾਲਾ ਹੈ। ਇਤਿਆਦਿਕ ਭਾਵੇਂ 14 ਰਤਨ ਨਦੀ 'ਚ ਨਾਥਕ ਨਦੀਆਂ ਦੇ ਮਾਲਕ ਸਮੁੰਦਰ ਦੇ ਵਿੱਚੋਂ ਨਿਕਲੇ ਹਨ, ਪਰੰਤੂ ਕਰਮ ਕਰ ਖਾ ਫਿਟ ਸਾਰੀ। ਇਹ ਮੇਰੀ ਇਸਤਰੀ ਹੈ, ਉਹ ਸਮੁੰਦਰ ਦੇ ਅਧਿਆਕ ਦੇਵਤੇ ਨੇ ਮਾਣ ਕਰਕੇ ਅਜਿਹਾ ਕਰਮ ਕੀਤਾ ਹੈ ਜਿਸ ਕਾਰਨ ਉਹਦਾ ਖਾਰਾਪਣ ਮਫੀਟਸ ਅਮੇਟ ਰਿਹਾ। ਭਾਵ ਆਪਣੇ ਖਾਰੇਪਣੇ ਨੂੰ ਗਵਾ ਨਾ ਸਕਿਆ, ਅਜੇ ਤੱਕ ਖਾਰੇ ਦਾ ਖਾਰਾ ਹੀ ਹੈ। ਤਾਂ ਭਗਤਨੀ ਜੀ ਕਹਿਣ ਲੱਗੀ, ਹੈ ਸਵਾਮੀ ਜੀ, ਐਸਾ ਸਮੁੰਦਰ ਨੇ ਕਿਹੜਾ ਕਰਮ ਕੀਤਾ ਜਿਸ ਕਰਕੇ ਉਹਨੂੰ ਫਲ ਭੋਗਣਾ ਪਿਆ ਅਤੇ ਅਨੇਕਾਂ ਯਤਨਾਂ ਦੇ ਕੀਤਿਆਂ ਵੀ ਉਹਦਾ ਖਾਰਾਪਣ ਦੂਰ ਨਾ ਹੋਇਆ। ਤਾਂ ਭਗਤ ਜੀ ਕਹਿਣ ਲੱਗੇ, ਕੁਝ ਰਿਸ਼ੀ ਮੁਨੀ ਸਮੁੰਦਰ ਦੇ ਕਿਨਾਰੇ ਝੌਂਪੜੀਆਂ ਬਣਾ ਕੇ ਰਹਿ ਰਹੇ ਸੀਗੇ। ਉਹਨਾਂ ਨੇ ਆਪਸ ਦੇ ਵਿੱਚ ਮਿਲ ਕੇ ਯੱਗ ਕਰਨ ਦੀ ਵਿਚਾਰ ਕੀਤੀ। ਯੱਗ ਦੀ ਸੰਪੂਰਨਤਾ ਲਈ ਦੇਵਤੇ ਬੁਲਾਏ ਗਏ ਅਤੇ ਕਾਮ ਦੇ ਅੰਗਾਮ ਵੀ ਮੰਗਵਾਏ। ਸਾਰਿਆਂ ਨੂੰ ਵੱਖੋ ਵੱਖਰੇ ਕਾਰਜਾਂ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਸਭਨਾਂ ਨੇ ਵੱਖੋ ਵੱਖਰੀ ਜ਼ਿੰਮੇਵਾਰੀ ਸੰਭਾਲੀ। ਰਿਖੀ ਨਾਲ ਸਮੁੰਦਰ ਦੇ ਅਧਿਆਕ ਦੇਵਤੇ ਨੂੰ ਕਹਿਣ ਲੱਗੇ ਕਿ ਤੂੰ ਯੱਗ ਲਈ ਜਲ ਭਰਨ ਦੀ ਸੇਵਾ ਕਰ। ਤਾਂ ਸਮੁੰਦਰ ਦੇ ਅਧਿਆਕ ਦੇਵਤੇ ਨੇ ਹੰਕਾਰ ਦੇ ਵਿੱਚ ਵਚਨ ਗਏ ਕਿ ਮੈਂ ਸਾਰੀਆਂ ਨਦੀਆਂ ਦਾ ਮਾਲਕ ਹਾਂ ਅਤੇ ਤੁਸੀਂ ਮੰਗ ਕੇ ਰੋਟੀ ਖਾਣ ਵਾਲੇ ਮੈਥੋਂ ਇਹ ਨੌਕਰਾਂ ਵਾਲਾ ਕੰਮ ਕਰਾਉਣ ਲੱਗੇ ਹੋ, ਪਾਣੀ ਭਰਨ ਦਾ ਕੰਮ ਕਰਾ ਰਹੇ ਹੋ। ਏਡਾ ਵੱਡਾ ਮੈਂ ਸਮੁੰਦਰ। ਇਹ ਜੇ ਹੰਕਾਰ ਦੇ ਸਹਿਤ ਹੋਰ ਵੀ ਬਹੁਤ ਸਾਰੇ ਰਿਸ਼ੀਆਂ ਮੁਨੀਆਂ ਨੂੰ ਇਹਨੇ ਵੱਧ ਘੱਟ ਕਿਹਾ। ਨਰਾਤਰੀ ਦੇ ਬਚਨ ਗਏ। ਉਹਨਾਂ 'ਚ ਕੋਈ ਸ਼ਾਂਤ ਸੁਭਾਅ ਵਾਲੇ ਮਹਾਤਮਾ ਤਾਂ ਚੁੱਪ ਕਰ ਗਏ, ਪਰੰਤੂ ਕੁਝ ਤੇਜ਼ ਸੁਭਾਅ ਵਾਲੇ ਬੋਲਣ ਲੱਗੇ। ਪਰ ਸ਼ਾਂਤ ਸੁਭਾਅ ਵਾਲੇ ਮਹਾਤਮਾ ਨੇ ਤੇਜ਼ ਸੁਭਾਅ ਵਾਲੇ ਸੰਤਾਂ ਨੂੰ ਰੋਕ ਦਿੱਤਾ ਕਿ ਯੱਗ ਦੇ ਕਾਰਜ ਵਿੱਚ ਝਗੜਾ ਕਰਨਾ ਚੰਗਾ ਨਹੀਂ ਹੈ। ਉਧਰੋਂ ਪ੍ਰਾਹੁਣੇ ਆ ਰਹੇ ਨੇ, ਆਏ ਸੰਤ ਪ੍ਰਾਹੁਣੇ, ਉਧਰੋਂ ਆਪਾਂ ਆਪਸ 'ਚ ਲੜੀ ਮਰੀ ਜਾਈਏ, ਖੂਨ ਡੋਲਵੀਂ ਲੜਾਈ ਹੋਵੇ, ਚੰਗਾ ਨਹੀਂ ਲੱਗੀਦਾ। ਕੰਮ ਕਰਨ ਵਾਲਾ ਪਹਿਲਾਂ ਖੜੋ, ਫਿਰ ਇਹਨੂੰ ਬਹਿ ਕੇ ਪੁੱਛ ਵੀ ਲਾਂਗੇ। ਉਸ ਵਕਤ ਤਮੋਗੁਣੀ ਸੁਭਾਅ ਵਾਲੇ ਮਹਾਤਮਾ ਰੁਕ ਤਾਂ ਗਏ, ਪਰ ਮਨ 'ਚ ਗੁੱਸਾ ਉਸੇ ਤਰ੍ਹਾਂ ਉਹਨਾਂ ਰੱਖਿਆ। ਉੱਧਰੋਂ ਸਮੁੰਦਰ ਦੇ ਅਧਿਆਕ ਦੇਵਤੇ ਨੇ ਵੀ ਮਨ ਵਿੱਚ ਖਿਆਲ ਕੀਤਾ ਕਿ ਵੇਖੋ, ਇਹ ਦੁਖੀ ਦੇ ਲੋਕ ਨਹੀਂ, ਮੰਗ ਕੇ ਖਾਣ ਵਾਲੇ ਵਿਹਲੇ ਦਿਖੀ ਅਤੇ ਮੇਰੇ 'ਤੇ ਹੁਕਮ ਕਰਦੇ ਨੇ। ਏਡਾ ਵੱਡਾ ਮੈਂ ਸਮੁੰਦਰ ਦੇਖਾਂ ਤਾਂ ਸਹੀ ਵੀ ਇਹਨਾਂ 'ਚ ਕੋਈ ਬਲ ਵਾਲਾ ਵੀ ਮਹਾਤਮਾ ਹੈ ਕਿ ਸਾਰੇ ਢਿੱਡ ਵਧਾ ਕੇ ਹੀ ਰੱਖੇ ਹੋਏ ਨੇ, ਮੰਗ ਕੇ ਖਾ ਕੇ ਪੇਟ ਪਾਲਣ ਵਾਲੇ ਹੀ ਨੇ। ਇੰਝ ਮਨ ਦੇ ਵਿੱਚ ਖਿਆਲ ਧਾਰਨ ਕਰਕੇ ਇਹਨੇ ਮਾੜਾ ਕਰਮ ਕੀਤਾ, ਮਰਿਆਦਾ ਨੂੰ ਛੱਡ ਦਿੱਤਾ ਅਤੇ ਰਾਤ ਨੂੰ ਅੱਧੀ ਰਾਤ ਦੇ 12 ਵਜੇ ਇਹੋ ਜਿਹਾ ਉਛਲਿਆ ਅਤੇ ਕਿਨਾਰੇ 'ਤੇ ਰਹਿਣ ਵਾਲੇ ਰਿਖੀਆਂ ਨੂੰ ਝੌਂਪੜੀਆਂ ਸਮੇਤ ਹੀ ਰੋੜ ਦਿੱਤਾ ਅਤੇ ਸਵੇਰੇ ਆਪਣੀ ਮਰਿਆਦਾ ਫਿਰ ਆ ਗਿਆ। ਬਹੁਤੇ ਵਿਚਾਰੇ ਉਹ ਰਿਖੀ ਤਾਂ ਪਾਣੀ ਦੇ ਤੇਜ਼ ਵਹਾਅ ਹੋਣ ਕਾਰਨ ਡੋਬੀ ਗਏ, ਮਰ ਗਏ। ਕੁਝ ਵਿਚਾਰੇ ਗੋਤੇ ਖਾਂਦੇ ਖਾਂਦੇ ਬਾਹਰ ਨਿਕਲ ਗਏ। ਸਮੁੰਦਰ ਦੇ ਪਾਣੀ ਦੀ ਮਾਰ ਤੋਂ ਬਚੇ ਰਿਖੀ ਇਕੱਠੇ ਹੋਏ ਅਤੇ ਸਾਰਿਆਂ ਨੇ ਮਿਲ ਕੇ ਵਿਚਾਰਿਆ ਕਿ ਇੰਨੇ ਸਮੇਂ ਤੋਂ ਇਸ ਤਾਂ ਆਪਾਂ ਨਿਵਾਸ ਕਰਦੇ ਆ ਰਹੇ ਹਾਂ, ਕਦੀ ਵੀ ਸਮੁੰਦਰ ਦਾ ਪਾਣੀ ਆਪਣੇ ਹੱਦ ਤੋਂ ਬਾਹਰ ਨਹੀਂ ਆਇਆ, ਪਰ ਅੱਜ ਕਾਰਨ ਕੀ ਹੈ? ਤਾਂ ਸਾਰੇ ਮਹਾਤਮਾ ਨੇ ਆਪੋ ਆਪਣੀ ਸਰਬੱਤਾ ਦੁਆਰਾ ਸਮੁੰਦਰ ਦਾ ਭਾਵ ਸਮਝ ਲਿਆ ਕਿ ਸਮੁੰਦਰ ਹੰਕਾਰੀ ਹੋ ਗਿਆ, ਇਹਨੂੰ ਆਪਣੇ ਕੀਤੇ ਕਰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਹਰ ਰੋਜ਼ ਕਿਸੇ ਨੂੰ ਦੁੱਖ ਨਾ ਦੇਵੇ। ਐਸੇ ਬਚਨ ਆ ਕੇ ਜੋ ਅਗਸਤ ਮੁਨੀ ਜੀ ਵੈਰਾਟ ਭਗਵਾਨ ਦੇ ਉਪਾਸਕ ਨੇ, ਉਹਨਾਂ ਨੇ ਆਪਣੇ ਉਪਾਸ਼ੇ ਦਾ ਧਿਆਨ ਧਾਰਨ ਕਰਕੇ ਵੈਰਾਟ ਉਤਾਰ ਕੇ 2.5 ਚੁੜੀਆਂ ਦੇ ਵਿੱਚ ਹੀ ਸਮੁੰਦਰ ਦਾ ਸਾਰਾ ਪਾਣੀ ਪੀ ਲਿਆ ਜੋ ਲਿਖਿਆ ਹੋਇਆ ਗ੍ਰੰਥਾਂ ਦੇ ਵਿੱਚ।
ਸਮੁੰਦਰ ਦੇ ਸੁੱਕਣ ਕਰਕੇ 42 ਲੱਖ ਜੂਨ ਬਾਣੀ 'ਚ ਲਿਖੀ ਹੈ ਕਿ ਸਮੁੰਦਰ 'ਚ ਰਹਿੰਦੀ ਹੈ ਤੇ 42 ਲੱਖ ਜੀ ਜਲ ਮੇ ਹੋਤੇ ਪੀਟਰ ਪਹਿਲਾ ਕਾਇ ਕਰੋ। ਇਹ 42 ਲੱਖ ਜੂਨਾਂ ਦੇ ਜੀਆ ਜੰਤ ਜੋ ਪਾਣੀ 'ਚ ਰਹਿੰਦੇ ਉਹ ਵਿਚਾਰੇ ਤੜਫਣ ਲੱਗੇ। ਤਾਂ ਸਮੁੰਦਰ ਦੇ ਅਧਿਆਕ ਦੇਵਤੇ ਨੇ ਸਾਰੇ ਦੇਵਤਿਆਂ ਕੋਲੋਂ ਸਹਾਇਤਾ ਮੰਗੀ ਪਰ ਕਿਸੇ ਨੇ ਉਹਦੀ ਸਹਾਇਤਾ ਨਾ ਕੀਤੀ ਤੇ ਕਹਿਣ ਲੱਗੇ ਕਿ ਤੂੰ ਜਿਨ੍ਹਾਂ ਮਹਾਤਮਾ ਦਾ ਨਿਰਾਦਰ ਕੀਤਾ ਹੁਣ ਉਹਨਾਂ ਦੇ ਕੋਲ ਹੀ ਜਾ ਕੇ ਮਾਫੀ ਮੰਗ। ਜਦ ਸਮੁੰਦਰ ਦਾ ਮਾਨੀ ਦੇਵਤਾ ਸਾਰੇ ਦੇਵਤਿਆਂ ਦੇ ਪਾਸੋਂ ਨਿਰਾਸ਼ ਹੋ ਕੇ ਅਖੀਰ ਮਹਾਰਿਸ਼ੀਆਂ ਦੇ ਕੋਲ ਆਇਆ ਤੇ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ ਕਿ ਮੈਨੂੰ ਮਾਫ ਕਰ ਦਿਓ। ਉਦੋਂ ਸਾਰੇ ਰਿਸ਼ੀਆਂ ਦੇ ਕਹਿਣ ਕਰਕੇ ਜੀ ਜਾਂਦਾ ਪਾਣੀ ਤੋਂ ਬਿਨਾਂ ਜਿਉਣਾ ਮੁਸ਼ਕਲ ਹੈ ਉਹਨਾਂ ਵੀ ਆਖਿਆ। ਤੇ ਫਿਰ ਅਗਸਤ ਮੁਨੀ ਨੇ ਪੀਤਾ ਪਾਣੀ ਦਾ ਸਮੁੰਦਰ ਭਗਵਾਨ ਨੇ ਵੀ ਆਖਿਆ। ਲਘੂ ਸ਼ੰਕਾ ਲਘੂ ਕਿਰਿਆ ਯਾਨੀ ਯੂਰਨ ਕਿਰਿਆ ਪਿਸ਼ਾਬ ਵਾਲੇ ਰਸਤੇ ਰਾਹੀਂ ਖਾਰਾ ਕਰਕੇ ਬਾਹਰ ਕੱਢਿਆ। ਆਖਿਆ ਪੁੱਤ ਬਾਹਰ ਤਾਂ ਚੜਿਆ ਜਾ ਤੇ ਪਰ ਕਿਸੇ ਕੰਮ ਦਾ ਨਹੀਂ ਰਹੇਗਾ। ਥੂ ਥੂ ਕਰੂਗੀ ਦੁਨੀਆ ਕਿਸੇ ਕੰਮ ਨਹੀਂ ਆਏਗਾ। ਲੋਕ ਤੇਰੇ ਕਰਮ ਨੂੰ ਹਮੇਸ਼ਾ ਇਹ ਸੋਚ ਕੇ ਲਾਹਣਤਾਂ ਪਾਉਣਗੇ ਕਿ ਤੂੰ ਰਿਸ਼ੀਆਂ ਨਾਲ ਮੱਥਾ ਲਾਇਆ। ਮੈਂ ਸ਼ਰਾਪ ਦਿੰਦਾ ਵੀ ਅੱਜ ਤੋਂ ਬਾਅਦ ਤੇਰਾ ਪਾਣੀ ਖਾਰੇ ਦਾ ਖਾਰਾ ਹੀ ਰਹੂਗਾ ਕਦੀ ਮਿੱਠਾ ਨਹੀਂ ਹੋਊਗਾ ਕਿਉਂਕਿ ਤੇਰਾ ਪ੍ਰਾਰਬਧ ਦਾ ਕਰਮ ਬਣ ਚੁੱਕਾ। ਹੁਣ ਤੇਰਾ ਪਾਣੀ ਕੋਈ ਮਿੱਠਾ ਨਹੀਂ ਕਰ ਸਕਦਾ। ਇਹ ਸੁਣ ਕੇ ਭਾਵੇਂ ਸਮੁੰਦਰ ਦੇ ਅਧਿਆਕ ਦੇਵਤੇ ਨੇ ਖਾਣੇ ਪਾਣੀ ਦੇ ਦੂਰ ਕਰਨ ਲਈ ਅਨੇਕਾਂ ਯਤਨ ਕੀਤੇ ਪਰ ਪ੍ਰਾਰਬਧ ਦੇ ਕਰਮ ਨੂੰ ਕੋਈ ਮੇੜ ਨਹੀਂ ਸਕਿਆ। ਸਾਧ ਸੰਗਤ ਜੀਓ ਸੋ ਅੱਜ ਤੱਕ ਸਮੁੰਦਰ ਦਾ ਪਾਣੀ ਖਾਰੇ ਦਾ ਖਾਰਾ ਹੀ ਹੈ। ਆ ਟਾਟਾ ਸਾਲਟ ਜਿਹੜਾ ਆਪਾਂ ਖਾਂਦੇ ਆ ਲੋਕ ਨਾਮ ਦਾ ਕੱਢ ਲੈਂਦੇ ਨੇ ਹੋਰ ਨਹੀਂ ਕੱਖ ਵੀ ਸੌਰਦਾ ਤੇ ਨਾ ਤਾਂ ਬੰਦਾ ਪੀ ਸਕਦਾ ਨਾ ਵਿੱਚ ਇਸ਼ਨਾਨ ਕਰ ਸਕਦਾ। ਤੇ ਇਸ਼ਨਾਨ ਕਰਨ ਤੋਂ ਇਹੋ ਜਿਹੀ ਖੁਰਕ ਪੈਂਦੀ ਆ ਵੀ ਜਿੰਨਾ ਚਿਰ ਦੂਜੇ ਪਾਣੀ ਨਾਲ ਨਾ ਆਓ ਉਹਨਾਂ ਚਿਰ ਦਿਮਾਗ ਟਿਕਾਣੇ ਨਹੀਂ ਆਉਂਦਾ। ਤੇ ਇਉਂ ਹੈ ਭਗਤ ਨਹੀਂ ਕਰਮਾਂ ਦਾ ਫਲ ਸਾਰੇ ਨੂੰ ਭੋਗਣਾ ਪੈਂਦਾ। ਭਾਵੇਂ ਜਾੜੀ ਦੇਖਦੀਆਂ ਪਰੰਤੂ ਇਹਨਾਂ ਦੇ ਅੰਦਰ ਚੇਤਨ ਦਾ ਭਾਵ ਹਰਕਤ ਹੈ ਅਰਥਾਤ ਉਹ ਹਰਕਤ ਇਹਨਾਂ ਦੇ ਅੰਦਰ ਜੀਵ ਹੋਣੇ ਦੇ ਵਿੱਚ ਹੀ ਹੈ। ਇਸ ਕਰਕੇ ਸਮੁੰਦਰ ਤੋਂ ਖਾਰਾ ਪਾਣੀ ਵੇਟ ਰਿਹਾ ਤੇ ਇਉਂ ਸਾਧ ਸੰਗਤ ਜੀ ਭਗਤ ਲੋਚਨ ਜੀ ਨੇ ਇੱਥੋਂ ਤੱਕ ਆਪਣੀ ਇਸਤਰੀ ਨੂੰ ਪਾਵਨ ਉਪਦੇਸ਼ ਬਖਸ਼ਿਆ। ਬਾਕੀ ਕਿਉਂਕਿ ਸ਼ਬਦ ਲੰਮੀਰਾ ਹੈ ਤੇ ਕਾਹਲੀ ਕਰਨ ਦਾ ਕੋਈ ਇੰਨਾ ਜ਼ਿਆਦਾ ਆਪਾਂ ਨੂੰ ਲਾਭ ਨਹੀਂ ਹੋਏਗਾ ਕਿਉਂਕਿ ਕੱਲ੍ਹ ਫਿਰ ਆਪਾਂ ਕਥਾ ਦੇ ਵਿੱਚ ਬੈਠਣਾ ਹੈ। ਤਾਂ ਆਪਾਂ ਸਹਿਜ ਭਾਅ ਦੇ ਨਾਲ ਹੀ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿਚਾਰਾਂਗੇ। ਬਾਕੀ ਜਿਹੜਾ ਸ਼ਬਦ ਰਹਿ ਗਿਆ ਉਹਨਾਂ ਪੰਕਤੀਆਂ ਦਾ ਪਾਠ ਗੁਰਮੁਖ ਪਿਆਰੇ ਜੋ ਜੋਗੀਵਾਲ ਦਮਨ ਮੀਟਰ ਸਾਹਿਬ ਦੇ ਵਿਦਿਆਰਥੀ ਗਿਆਨੀ ਤਰਸੇਮ ਸਿੰਘ ਜੀ ਇਹਨਾਂ ਦੀ ਰਚਨਾ ਤੋਂ ਸ਼ਰਧਾ ਭਾਵਨਾ ਨਾਲ ਸਰਵਣ ਕਰੋ ਜੀ। ਦਾਦੀ ਲੈ ਲੰਕਾ ਕਾੜ ਉਪਾਈ ਲੈ ਰਾਵਣ ਬਾਣ ਸਾ ਬੇਸਾਲ ਤੋ ਖਿਲੇ ਹਾਰੇ ਕਰਮ ਕਰ ਕਸੌਟੀ ਮਫਿਟ ਸਾਰੀ ਪੂਰਬ ਕ੍ਰਿਤ ਨਾ ਮਿਟਰੀ ਗਿਆਨ ਤਾਏ ਮੋਹਿ ਜਾਪੀਆਂ ਲੈ ਰਾਮ ਚੇ ਨਾਮੰ ਬਾਦਤ ਤ੍ਰਿਲੋਚਨ ਰਾਮ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਗਲੀ ਮਹਲਾ ਤੀਜਾ ਆਨੰਦ ਓੰਕਾਰ ਸਤਿ ਪ੍ਰਸਾਦ ਆਨੰਦ ਭਇਆ ਸਤਿਗੁਰੂ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ।